ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਦਸ ਬਾਲਤਣ ਬਿਸਰਵਣ, ਤੀਸਾਂ ਕਾ ਸੁੰਦਰ ਕਹਾਵੈ। ਚਾਲੀਸੇ ਪੁਰ ਹੋਏ, ਪਚਾਸੇ ਪਗ ਖਿਸੈ। ਸੱਠੇ ਕੇ ਬੁਢੇ ਪਾਇਆਵੈ। ਦਸ ਬਾਲਤਣ ਬਿਸਰਵਣ, ਤੀਸਾਂ ਕਾ ਸੁੰਦਰ ਕਹਾਵੈ। ਚਾਲੀਸੇ ਪੁਰ ਹੋਏ, ਪਚਾਸੇ ਪਗ ਖਿਸੈ। ਸੱਠੇ ਕੇ ਬੁਢੇ ਪਾਵੈ। ਸੱਤਰ ਕਾ ਮਤ ਹੀਣ, ਅਸੀਹਾਂ ਕਾ ਵਿਵਹਾਰ ਨਾ ਪਾਵੈ। ਨਵੈ ਕਾ ਸਹਿਜਾਸਣੇ, ਮੂਲ ਨਾ ਜਾਣੈ ਆਪ ਬਲ। ਢੰਡੋਲਿਮ ਢੂੰਡਮ ਡਿਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ। ਪੌੜੇ ਤੂੰ ਕਰਤਾ ਪੁਰਖ ਅਗਮ ਹੈ, ਆਪ ਸ੍ਰਸ਼ਟ ਉਪਾਤੇ। ਰੰਗ ਪਰੰਗ ਉਪਾਰਜਨਾ, ਬਹੁ ਬਹੁ ਬੇਦ ਭਾਂਤੇ। ਤੂੰ ਜਾਣ ਹੈ ਜਨ ਉਪਾਈਐ, ਸਭ ਖੇਲ ਤੁਮਾਤੇ। ਇਕ ਆਵਹਿ ਇਕ ਜਾਹੇ ਉਠ, ਬਿਨ ਨਾਵੈ ਮਰ ਜਾਤੇ। ਗੁਰਮੁਖ ਰੰਗ ਚਲੋ ਲਿਆ, ਰੰਗ ਹਰ ਰੰਗ ਰਾਤੇ। ਸੋ ਸੇਵਾ ਹੋ ਸਤ ਨਿਰੰਜਨੋ, ਹਰ ਪੁਰਖ ਵਿਧਾਤੇ। ਤੂੰ ਆਪੇ ਆਪ ਸੁਜਾਨ ਹੈ, ਵਡ ਪੁਰਖ ਵਡਾਤੇ। ਜੋ ਮਨ ਚਿਤ ਤੁਧ ਧਿਆਇਂਦੇ ਮੇਰੇ ਸੱਚਿਆ, ਬਲ ਬਲ ਹਾਂ ਤਿਨ ਜਾਤੇ। ਤੂੰ ਆਪੇ ਆਪ ਸੁਜਾਨ ਹੈ, ਵਡ ਪੁਰਖ ਵਡਾਤੇ। ਜੋ ਮਨ ਚਿਤ ਤੁਧ ਧਿਆਇਂਦੇ ਮੇਰੇ ਸੱਚਿਆ, ਬਲ ਬਲ ਹਾਂ ਤਿਨ ਜਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ,
ਪਤਿਤ ਪਾਵਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਦੀ ਪਰਮ ਦਇਆ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸਫਲਿਆਂ ਕਰ ਰਹੇ ਹੋ। ਸਤਿਗੁਰੂ ਜੀ ਦੀ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਆਓ ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਕੱਲ ਮਾਝ ਦੀ ਵਾਰ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਇਹਦੀ ਆਰੰਭਤਾ ਹੋਈ ਹੈ। ਤੋ ਸਾਧ ਸੰਗਤ ਜੀ, ਜੋ ਵਾਰ ਦੇ ਅੰਦਰ ਸ਼ਲੋਕ, ਫਿਰ ਮਹੱਲਾ, ਫਿਰ ਪੌੜੀ, ਕਿਉਂ ਸ਼ਬਦ ਦੀ ਸੰਪੂਰਨਤਾ ਹੁੰਦੀ ਹੈ। ਮਹੱਲਾ ਇੱਕ ਤੋਂ ਵਧੇਕ 2 ਜਾਂ 3 ਵੀ ਹੋ ਸਕਦੇ ਹੈ, ਪਰ ਸ਼ਬਦ ਦੀ ਸੰਪੂਰਨਤਾ ਪੌੜੀ ਤੇ ਹੁੰਦੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਅੱਗੇ ਬਖਸ਼ਿਸ਼ ਕਰ ਰਹੇ ਹੈ, ਕੱਲ ਸਤਿਗੁਰਾਂ ਜੀ ਦੇ ਕੋਲੋਂ ਜਿਵੇਂ ਪੂਰੇ ਗੁਰੂ ਜੀ ਦੇ ਲੱਛਣ ਪੁੱਛੇ ਸਨ, ਇੱਕ ਵਾਰੀ ਫਿਰ ਆਪਾਂ ਆਰੰਭ ਤੋਂ ਸ਼ਬਦਾਂ ਨੂੰ, ਅਰਥਾਂ ਨੂੰ ਅੱਖਰੀ ਅਰਥਾਂ ਵਿੱਚ ਚੇਤੇ ਕਰਦੇ ਹੋਏ ਸਾਰੇ ਸ਼ਬਦ ਦੇ ਅਰਥ ਜੋ ਸੰਪੂਰਨ ਸਰਵਣ ਕਰੀਏ। ਹਜੂਰ ਜੋ ਫਰਮਾਉਂਦੇ ਹਨ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਵਾਰ ਮਾਝ ਕੇ तथा श्लोक मोहल्ला पहला। सच्चे पातशाह जी माज राग दी वार हजूर गुरु अर्जन देव सच्चे पातशाह जी महाराज ने ये सारी बाणी नूं तरतीब दिती है। सच्चे पातशाह ने पौड़ियां सारियां गुरु नानक साहब जी महाराज दियां होण करके, इस करके सारी वार दा सरलेख जो है गुरु नानक साहब जी महाराज दे नाम थले सतगुरु जी उचारण कर रहे है। महले मिसरत आउणगे, पौड़ियां सारियां सतगुरु गुरु नानक साहब जी महाराज दियां उचारण कीतियां होईयां हन। सच्चे पातशाह जी ने ये वार कही है, जिहदे अंदर साध संगत जी गुरमुखां ते मनमुखां दा युद्ध महाराज दिखाया है। गुरमुखां कोल दैवी संपदा रूपी फौज है, मनमुख दे कोल आसरी संपदा रूपी अज्ञान दी फौज है। ते इहदे विच सच्चे पातशाह महाराज ज्ञान दी, गुरमुखां दी सच्चे पातशाह जित हजूर दिखाउणगे। जिवें मोह दी अते साध संगत जी विवेक दी लड़ाई है, ये सच्चे पातशाह जी महाराज माज दी वार हजूर उचारण करदे है। तथा गुरु नानक देव सच्चे पातशाह जी महाराज दी ये सतगुरां दी उचारण कीती हुई वार है। बाणी दी तरतीब गुरु अर्जन साहब जी महाराज दिती है। हजूर फरमाउंदे हन, मालक मोरेज तथा चंद्रहड़ा सोहिया के तूने गावणे। ये गुरु हरगोबिंद साहब सच्चे पातशाह जी ने
9 ਵਾਰਾਂ ਦੀਆਂ ਧੁਨਾਂ ਮਹਾਰਾਜ ਚੜਾਈਆਂ। ਕੱਲ ਇਹਦਾ ਵਿਸਥਾਰ ਸਤਸੰਗੀਆਂ ਸਰਵਣ ਕੀਤਾ ਸੀਗਾ। ਮਹਾਰਾਜ ਜੀ ਨੇ ਇਹ ਪੌੜੀਆਂ ਵੀ 8 ਤੁਕੀਆਂ ਹਨ ਤੇ ਇਹ ਮਲਕ ਮੁਰੀਦ ਤੇ ਚੰਦਰਹੜਾ ਸੋਹੀਆ ਦੀ ਜਿਹੜੀ ਵਾਰ ਸੀ, ਢਾਡੀ ਨੱਥਾ ਤੇ ਅਬਦੁੱਲਾ ਨੇ ਮਹਾਰਾਜ ਦੇ ਹਜੂਰ ਜਦੋਂ ਗਾਈ, ਸਤਿਗੁਰਾਂ ਜੀ ਨੂੰ ਇਹ ਵਾਰ ਦੀ ਜਿਹੜੀ ਧੁਨ ਸੀ ਨਾ ਪਸੰਦ ਆਈ। ਮਹਾਰਾਜ ਨੇ ਫਿਰ ਇਹ ਮਾਝ ਦੀ ਵਾਰ ਤੇ ਗਾਉਣ ਦਾ ਸਤਿਗੁਰਾਂ ਜੀ ਨੇ ਹੁਕਮ ਕੀਤਾ। ਇਹ ਸਾਧ ਸੰਗਤ ਜੀ ਜਿਹੜਾ ਮਲਕ ਮੁਰੀਦ ਹੈ, ਇਹ ਤੇ ਜਾਣੋ ਗਿਆਨ ਹੈ। ਚੰਦਰਹੜਾ ਸੋਹੀਆ ਜਿਹੜਾ ਹੈ, ਇਹ ਅਗਿਆਨ ਆਪਣੀ ਫੌਜ ਦੇ ਸਹਿਤ ਆਇਆ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਮਲਕ ਮੁਰੀਦ ਤੇ ਚੰਦਰਹੜਾ ਸੋਹੀਆ ਦੀ ਜਿਹੜੀ ਧੁਨੀ ਹੈ, ਉਹਦੇ ਉੱਤੇ ਮਹਾਰਾਜ ਕਹਿੰਦੇ ਮਾਝ ਦੀ ਵਾਰ ਭਾਈ ਇਹ ਉਸ ਧੁਨ ਦੇ ਉੱਪਰ ਗਾਉਣੀ ਹੈ। ਇੱਕ ਓੰਕਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਖੋੜਸਾ ਮੰਤਰ ਮਹਾਰਾਜ ਉਚਾਰਨ ਕਰਦੇ ਹੈ। ਅਦਵੈਤ ਸਰੂਪ ਵਾਹਿਗੁਰੂ ਅਦੁੱਤੀ ਬ੍ਰਹਮ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਨਾਮ ਉਹਦਾ ਨਾਮ ਮਹਾਰਾਜ ਕਹਿੰਦੇ ਤ੍ਰਈ ਕਾਲ ਆਬਾਦ ਹੈ, ਪ੍ਰਸਿੱਧ ਹੈ, ਸਦਾ ਰਹਿਣ ਵਾਲਾ ਹੈ। ਕਰਤਾ ਪੁਰਖ ਸਾਰੇ ਕਾਇਨਾਤ ਦਾ ਕਰਤਾ ਹੈ, ਉਤਪਤੀ ਕਰਦਾ ਹੈ। ਫਿਰ ਮਹਾਰਾਜ ਕਹਿੰਦੇ ਭਾਈ ਆਪ ਸਾਰੀ ਕਾਇਨਾਤ ਵਿੱਚ ਪੁਰਖ ਵਿਆਪਕ ਹੋ ਕਰਕੇ ਜੇ ਉਤਪਤੀ ਕੀਤੀ ਹੈ ਕਿ ਨਹੀਂ ਕਿ ਉਹਦੇ ਵਿੱਚ ਨਹੀਂ ਹੈ। ਮਹਾਰਾਜ ਕਹਿੰਦੇ ਵਿਆਪਕ ਹੈ ਭਾਈ ਸਭ ਥਾਵਾਂ ਤੇ। ਗੁਰ ਪ੍ਰਸਾਦ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਉਸ ਸਰੂਪ ਦੀ ਪ੍ਰਾਪਤੀ ਹੁੰਦੀ ਆ। ਸ਼ਲੋਕ ਮਹਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਸ਼ਲੋਕ ਉਚਾਰਨ ਕਰਦੇ ਆ। ਸਲੋਕ ਜਿਹਦੇ ਨਾਲ ਸਰੂਪ ਲੋਕ ਦੀ ਪ੍ਰਾਪਤੀ ਹੋਵੇ, ਸਵੈ ਲੋਕ ਦੀ ਪ੍ਰਾਪਤੀ ਹੋਵੇ, ਐਸਾ ਸ਼ਲੋਕ ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕਰਦੇ ਆ। ਗੁਰ ਦਾਤਾ ਗੁਰ ਹਿਵੈ ਘਰ। ਸਤਿਗੁਰੂ ਜੀ ਦੇ ਕੋਲੋਂ ਸਿੱਖਾਂ ਨੇ ਪੂਰੇ ਗੁਰੂ ਜੀ ਬਾਬਤ ਪੁੱਛਿਆ, ਮਹਾਰਾਜ ਪੂਰਾ ਗੁਰੂ ਕੈਸਾ ਹੁੰਦਾ ਹੈ? ਮਹਾਰਾਜ ਜੀ ਨੇ ਕਿਹਾ ਕਿ ਭਾਈ ਪਰਮੇਸ਼ਰ ਵਿੱਚ ਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ। ਜਿਹੜਾ ਹੈ ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਭਾਈ। ਗੁਰੂ ਸਾਹਿਬ ਪੂਰੇ ਗੁਰੂ ਜੀ ਦਾ ਇੱਥੇ ਲੱਖਣ ਦੱਸ ਰਹੇ ਹੈ। ਹਜੂਰ ਫਰਮਾਉਂਦੇ ਹਨ ਗੁਰ ਦਾਤਾ ਗੁਰ ਹਿਵੈ ਘਰ। ਗੁਰੂ ਸਾਹਿਬ ਜੀ ਮੁਕਤੀ ਦੇ ਦਾਤੇ ਹਨ, ਸਿੱਖੋ ਨਾਮ ਦੇ ਦਾਤੇ ਹਨ, ਜਿਹੜੀ ਇਹ ਦਾਤ ਹੋਰ ਕਿਧਰੋਂ ਵੀ ਨਹੀਂ ਮਿਲ ਸਕਦੀ। ਫਿਰ ਮਹਾਰਾਜ ਕਹਿੰਦੇ ਭਾਈ ਸ਼ੀਤਲਤਾ ਦੇ, ਗੁਰੂ ਸਾਹਿਬ ਜੀ ਨਿਮਰਤਾ ਦੇ ਇਉਂ ਘਰ ਹਨ। ਗੁਰ ਦੀਪਕ ਤਿਹ ਲੋਏ। ਗੁਰੂ ਸਾਹਿਬ ਜੀ ਗਿਆਨ ਦਾ ਦੀਪਕ ਹਨ ਤੇ ਐਸਾ ਦੀਪਕ ਕਿ ਜਿਨ੍ਹਾਂ ਦੇ ਪ੍ਰਕਾਸ਼ ਨਾਲ ਤਿੰਨੇ ਲੋਕ ਹੀ ਪ੍ਰਕਾਸ਼ ਰਹੇ ਹੈ, ਤਿੰਨਾਂ ਲੋਕਾਂ ਵਿੱਚ ਪ੍ਰਕਾਸ਼ ਕਰਨ ਵਾਲੇ ਹੈ। ਐਸੇ ਸਤਿਗੁਰੂ ਜੀ ਗਿਆਨ ਦੇ ਪ੍ਰਕਾਸ਼ਕ ਹਨ। ਤੇ ਫਿਰ ਜੀਵ ਦੀਆਂ ਜਿਹੜੀਆਂ 3 ਅਵਸਥਾਵਾਂ ਨੇ, ਜਾਗਰਤ, ਸੁਪਨ ਤੇ ਸੁਖੋਪਤ, ਉਹਨਾਂ ਦੇ ਵੀ ਗੁਰੂ ਸਾਹਿਬ ਜੀ ਪ੍ਰਕਾਸ਼ਕ ਹਨ, ਕਿਉਂਕਿ ਸਤਿਗੁਰ ਜਾਗਤਾ ਹੈ ਦਿਓ। ਅਮਰ ਪਦਾਰਥ ਨਾਨਕਾ। ਫਿਰ ਮਹਾਰਾਜ ਕਹਿੰਦੇ ਭਾਈ ਅਮਰਾ ਪਦਵੀ ਨੂੰ ਦੇਣ ਵਾਲੇ ਐ, ਚਾਰੇ ਪਦਾਰਥ ਦੇਣ ਵਾਲੇ ਐ। ਅਮਰ ਪਦਾਰਥ ਕਿਹੜਾ ਹੈ? ਜਿੱਥੇ ਸਾਧ ਸੰਗਤ ਜੀ ਮੌਤ ਨਾ ਵਿਆਪੇ। ਮਹਾਰਾਜ ਜੀ ਨੇ ਉਹ ਬਖਸ਼ਿਸ਼ ਕੀਤੀ ਹੈ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਜਿੱਥੇ ਸਾਧ ਸੰਗਤ ਜੀ ਮੌਤ ਨਹੀਂ ਵਿਆਪਦੀ ਹੈ, ਜਰਾ ਬੁਢੇਪਾ ਨਹੀਂ ਆਉਂਦਾ, ਰੋਗ ਨਹੀਂ ਗਰਸਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਅਮਰਾ ਪਦਵੀ ਦਾ ਪਦਾਰਥ ਜਿਹੜਾ ਹੈ ਨਾ ਉਹ ਬਖਸ਼ਿਸ਼ ਕਰਨ ਵਾਲੇ ਹੈ। ਅਮਰਾ ਪਦਵੀ ਨੂੰ ਪਹੁੰਚਾਉਣ ਵਾਲਾ ਹੈ ਗੁਰੂ ਮਹਾਰਾਜ ਜੀ ਦਾ ਅੰਮ੍ਰਿਤ। ਅੰਮ੍ਰਿਤ ਦੀ ਬਖਸ਼ਿਸ਼ ਕਰਨ ਵਾਲੇ ਹਨ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ। ਐਸੇ ਦਾਤੇ ਹਨ ਸਤਿਗੁਰੂ ਜੀ। ਮਨ ਮਾਨਿਆ ਸੁਖ ਹੋਏ। ਗੁਰੂ ਜੀ ਦੀ ਸਿੱਖਿਆ ਵਿੱਚ ਮਹਾਰਾਜ ਕਹਿੰਦੇ ਮਨ ਮੰਨ ਜਾਵੇ ਨਾ ਤੇ ਫਿਰ ਆਤਮਿਕ ਆਨੰਦ ਦਾ ਸੁਖ ਗੁਰਸਿੱਖੋ ਹੋ ਜਾਂਦਾ ਏ। ਮਹਲਾ ਪਹਿਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜੀਆਂ ਦਾ ਮਨ ਗੁਰੂ ਜੀ ਦੀ ਸਿੱਖਿਆ ਵਿੱਚ ਕਿਉਂ ਨਹੀਂ ਮੰਨਦਾ? ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਆ ਕਿ ਭਾਈ ਮੋਹ ਜੀਵ ਨੂੰ ਛੁੱਟਦਾ ਨਹੀਂ ਹੈ ਤੇ
ਇਹ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੋਹ ਦੀਆਂ ਹਜੂਰ ਫਿਰ 10 ਅਵਸਥਾਵਾਂ ਮਹਾਰਾਜ ਦੱਸਦੇ ਹਨ ਕਿ ਕਿਸ ਕਦਰ ਜੀਵ 100 ਸਾਲ ਦੀ ਉਮਰ ਵੈ ਪਰ ਸਦਾ ਹੀ ਮੋਹ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਜਕੜਿਆ ਰਹਿੰਦਾ ਏ। ਪਹਿਲੇ ਪਿਆਰ ਲੱਗਾ ਥਣ ਦੁੱਧ। ਹਜੂਰ ਕਹਿੰਦੇ ਭਾਈ ਪਹਿਲੀ ਮੋਹ ਦੀ ਅਵਸਥਾ ਹੈ ਮਾਤਾ ਦੇ ਅਸਥਣਾ ਤੋਂ ਦੁੱਧ ਪੀਣ ਵਿੱਚ ਬੱਚੇ ਦਾ ਪਿਆਰ ਲੱਗਾ ਰਹਿੰਦਾ ਏ। ਦੂਜੇ ਮਾਏ ਬਾਪ ਕੇ ਸੁਧ। ਦੂਜੀ ਜਦੋਂ ਥੋੜੀ ਜੀ ਉਮਰ ਵੱਧਦੀ ਹੈ ਫਿਰ ਮਾਤਾ ਤੇ ਪਿਤਾ ਦੀ ਸੁੱਧ ਹੋਣ ਲੱਗ ਜਾਂਦੀ ਹੈ, ਮੇਰੀ ਮਾਂ ਹੈ ਮੇਰਾ ਪਿਓ ਹੈ। ਤੀਜੇ ਭਈਆ ਭਾਭੀ ਬੇਬ। ਤੀਜੀ ਮੋਹ ਦੀ ਅਵਸਥਾ ਹੈ ਆਪਣਿਆਂ ਦੀ ਪਛਾਣ ਆ ਜਾਂਦੀ, ਹੋਰਨਾਂ ਦੀ, ਭਰਾ ਦੀ ਤੇ ਭਰਾ ਦੀ ਘਰਵਾਲੀ ਭਰਜਾਈ ਦੀ ਤੇ ਬੇਬ ਭੈਣ ਦੀ ਪਛਾਣ। ਮਹਾਰਾਜ ਕਹਿੰਦੇ ਭਾਈ ਭਰਜਾਈ ਤੇ ਭੈਣ ਵਿੱਚ ਪਹਿਚਾਨ ਕਰ ਲੈਂਦਾ ਏ। ਚੌਥਾ ਪਿਆਰ ਉਪਨੇ ਖੇਡ। ਚੌਥੀ ਮੋਹ ਦੀ ਅਵਸਥਾ ਹੈ ਹਜੂਰ ਕਹਿੰਦੇ ਭਾਈ ਪਿਆਰ ਦੇ ਵਿੱਚ ਜਿਹੜਾ ਹੈ ਖੇਡਣ ਵਿੱਚ ਹੀ ਪਿਆਰ ਲੱਗਾ ਰਹਿੰਦਾ ਹੈ। ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਖੇਡਣ ਵਿੱਚ ਹੀ ਮੋਹ ਕਰਦਾ ਏ। ਪੰਜਵਾਂ ਖਾਣ ਪੀਣ ਕੇ ਤਾਤ। ਪੰਜਵੀਂ ਫਿਰ ਇੱਕ ਕਿਸ਼ੋਰ ਅਵਸਥਾ ਆ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਖਾਣ ਪੀਣ ਦੀ ਇੱਛਾ ਲੱਗੀ ਰਹਿੰਦੀ ਹੈ। ਬਹੁਤ ਜ਼ਿਆਦਾ ਪਦਾਰਥ ਜਿਹੜੇ ਹੈ ਉਹਨਾਂ ਨੂੰ ਚਾਹ ਕਰਕੇ ਜਿਹੜਾ ਹੈ ਉਹ ਖਾਂਦਾ ਹੈ ਤੇ ਉਹਨਾਂ ਵਾਸਤੇ ਖਾਣ ਵਾਸਤੇ ਧਾਤ ਦੌੜਦਾ ਰਹਿੰਦਾ ਹੈ ਰਾਤ ਦਿਨ। ਛੇਵਾਂ ਕਾਮ ਨਾ ਪੁੱਛੈ ਜਾਤ। ਛੇਵੇਂ ਮੋਹ ਦੀ ਅਵਸਥਾ ਮਹਾਰਾਜ ਕਹਿੰਦੇ ਭਾਈ ਛੇਵੀਂ ਐਸੀ ਅਵਸਥਾ ਹੈ ਫਿਰ ਜਦੋਂ ਇਹ ਫਿਰ ਕਿਸ਼ੋਰ ਅਵਸਥਾ ਪੰਜਵੀਂ ਅਵਸਥਾ ਤੱਕ ਸਾਧ ਸੰਗਤ ਜੀ ਰਹਿੰਦੀ ਹੈ। ਛੇਵੀਂ ਅਵਸਥਾ ਜਿਹੜੀ ਹੈ ਮਹਾਰਾਜ ਜਵਾਨੀ ਦੀ ਗਿਣੀ ਹੈ। ਮਹਾਰਾਜ ਕਹਿੰਦੇ ਫਿਰ ਭਾਈ ਕਾਮ ਵਾਸ਼ਨਾ ਜਿਹੜੀ ਹੈ ਨਾ ਉਛਲਿਆ ਕਾਮ ਕਾਲ ਮਤ ਲਾਗੀ ਤੇ ਸਾਧ ਸੰਗਤ ਜੀ ਇਹੋ ਜੀ ਮਤ ਜਿਹੜੀ ਆ ਫਿਰ ਸਰਵਨਾਸ਼ ਹੋ ਜਾਂਦਾ ਸਾਰਾ ਕੁਛ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਕਿ ਤਰਨ ਤੇਜ ਪਰ ਤਰਿਆ ਮੁਖ ਜੋਹੇ ਸਰ ਅਪਸਰ ਨਾ ਪਛਾਣਿਆ। ਮੌਕਾ ਬੇਮੌਕਾ ਵੀ ਨਹੀਂ ਵੇਖਦਾ ਤੇ ਐਸਾ ਕਾਮ ਦੇ ਅੰਦਰ ਮਤ ਮਾਰੀ ਜਾਂਦੀ ਹੈ। ਇਸਤਰੀ ਦਾ ਜਵਾਨੀ ਭਰਿਆ ਰੂਪ ਵੇਖਣ ਵਿੱਚ ਹੀ ਇਸ ਨੂੰ ਮਸਤੀ ਲੱਗੀ ਰਹਿੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਉਂ ਜਦੋਂ ਉਛਾਲਾ ਆਉਂਦਾ ਨਾ ਅੰਦਰ ਤੇ ਫਿਰ ਛਿਵੇਂ ਕਾਮ ਨਾ ਪੁੱਛੈ ਜਾਤ। ਜਾਤੀ ਤੇ ਕੋ ਜਾਤੀ ਖੋਟੀ ਜਾਤੀ ਵੀ ਮਹਾਰਾਜ ਕਹਿੰਦੇ ਭਾਈ ਨਹੀਂ ਵੇਖਦਾ। ਕਾਮ ਦੇ ਭੋਗਣ ਦੀ ਇੱਛਾ ਵਿੱਚ ਸਦਾ ਹੀ ਤਤਪਰ ਰਹਿੰਦਾ ਹੈ। ਇਹ ਸਾਧ ਸੰਗਤ ਜੀ ਮਹਾਰਾਜ ਜੀਵ ਦੀਆਂ ਮੋਹ ਦੀਆਂ ਅਵਸਥਾ ਹਜੂਰ ਨੇ ਗਣਾਈਆਂ ਹਨ। ਜਿਹੜਾ ਹੈ ਨਾ ਸਮਾਜ ਦਾ ਢਾਂਚਾ ਜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾ ਕਰਕੇ ਸ਼ਬਦ ਨਾਲ ਜੁੜ ਜੇ ਫਿਰ ਤਾਂ ਨਿਰੰਕਾਰ ਦੀ ਪ੍ਰਾਪਤੀ ਹੈ। ਤੇ ਜੇ ਸਮਾਜ ਦੇ ਮੁੱਢਲੇ ਸਾਧ ਸੰਗਤ ਜੀ ਜਿਹੜੇ ਅਸੂਲ ਹੈ ਉਹਨਾਂ ਤੋਂ ਵੀ ਗਿਰ ਜਾਵੇ ਤੇ ਫਿਰ ਤਾਂ ਅਧੋਗਤੀ ਨੂੰ ਜਾਂਦਾ ਹੈ ਤੇ ਸਮਾਜ ਦਾ ਵੀ ਢਾਂਚਾ ਗਿਰ ਜਾਂਦਾ ਹੈ। ਜਿਹੜਾ ਬਾਹਰਲੇ ਦੇਸ਼ਾਂ ਵਿੱਚ ਤਕਰੀਬਨ ਇੱਥੇ ਵੀ ਹੁਣ ਬਹੁਤਾ ਨੌਜਵਾਨ ਮਾਤਾ ਪਿਤਾ ਦੇ ਕਹੇ ਨਹੀਂ ਲੱਗਦੇ ਤੇ ਵਿਵਾਹ ਨਹੀਂ ਕਰਾਉਂਦੇ, ਆਨੰਦ ਕਾਰਜ ਨਹੀਂ ਕਰਾਉਂਦੇ। ਉਹ ਕਹਿੰਦੇ ਜਦੋਂ ਅਸੀਂ ਕਮਾਉਣ ਦੇ ਯੋਗ ਹੋ ਜਾਾਂਗੇ ਉਦੋਂ ਆਨੰਦ ਕਾਰਜ ਕਰ ਲਾਂਗੇ। ਤੇ ਤਕਰੀਬਨ 30 40 ਸਾਲ ਜਿਹੜੇ ਆ ਉਹ ਜਦੋਂ ਲੰਘ ਜਾਂਦੇ ਆ ਫਿਰ ਸਾਧ ਸੰਗਤ ਜੀ ਵਿਆਹ ਦੀ ਉਮਰ ਹੀ ਲੰਘ ਜਾਂਦੀ ਹੈ ਤੇ ਉਹ ਵਿਵਾਹ ਕਰਾਉਂਦੇ ਕਿਉਂ ਨਹੀਂ? ਉਹਦਾ ਕਾਰਨ ਇਹ ਹੈ ਸਾਧ ਸੰਗਤ ਜੀ ਭਾਵੇਂ ਜਿਹੜਾ ਹੈ ਉਹ ਦਿਖਾਉਣ ਨੂੰ ਤੇ ਇਉਂ ਦਿਖਾਉਣ ਕਿ ਅਸੀਂ ਜਤ ਸਤ ਰੱਖਿਆ ਹੈ, ਅਸੀਂ ਵਾਸ਼ਨਾ ਨਹੀਂ ਭੋਗਦੇ, ਪਰ ਸਾਧ ਸੰਗਤ ਜੀ ਬਿਨਾਂ ਸੰਗਤ ਤੋਂ ਬਿਨਾਂ ਸ਼ਬਦ ਦੀ ਕਮਾਈ ਤੋਂ ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਉਹ ਵਿਵਾਹ ਇਸ ਕਰਕੇ ਨਹੀਂ ਕਰਾਉਂਦੇ, ਗ੍ਰਸਤੀ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਉੱਥੇ ਵਾਸ਼ਨਾ ਦੀ ਖੁੱਲ੍ਹ ਹੋਣ ਕਰਕੇ ਬਿਨਾਂ ਹੀ ਆਨੰਦ ਕਾਰਜ ਤੋਂ ਉਹ ਕਾਮ ਵਾਸ਼ਨਾ ਭੋਗੀ ਜਾਂਦੇ ਹੈ ਤੇ ਮਾਤਾ ਪਿਤਾ ਦੇ ਕਹੇ ਨਹੀਂ ਲੱਗਦੇ। ਜੇ ਆਨੰਦ ਕਾਰਜ ਹੀ ਨਹੀਂ ਹੋਊਗਾ ਤੇ ਫਿਰ ਸਾਧ ਸੰਗਤ ਜੀ ਇੱਕ ਦਿਨ ਐਸਾ ਆਉਂਦਾ ਜਦੋਂ ਸਮਾਜ ਦਾ ਢਾਂਚਾ ਗਿਰ ਜਾਂਦਾ। ਫਿਰ ਉੱਥੇ
ਬਾਹਰਲੇ ਦੇਸ਼ਾਂ ਦੇ ਲੋਕਾਂ ਦੀ ਬਹੁਤ ਜ਼ਿਆਦਾ ਇਹ ਸਾਧ ਸੰਗਤ ਜੀ ਮੁਸੀਬਤ ਹੈ, ਬੜੀ ਪ੍ਰੋਬਲਮ ਹੈ ਉਹਨਾਂ ਨੂੰ ਕਿ ਕਿਉਂਕਿ ਬੱਚੇ ਆਪਣੀ ਮਨਮਰਜ਼ੀ ਕਰਦੇ ਹੈ, ਕਹੇ ਨਹੀਂ ਲੱਗਦੇ। ਉਹਦਾ ਇਹ ਹੈ ਕਿ ਧਰਮ ਦੇ ਮੂਜਬ ਕਾਮ ਦਾ ਗਿਆਨ ਹੈ ਨਹੀਂ। ਜਿਹੜੀ ਸਾਧ ਸੰਗਤ ਜੀ ਕਾਮ ਦੀ ਵਿੱਦਿਆ ਧਰਮ ਦੇ ਕੁੰਡੇ ਥੱਲੇ ਗੁਰੂ ਘਰ ਤੋਂ ਪ੍ਰਾਪਤ ਹੋ ਸਕਦੀ ਹੈ ਨਾ, ਉਹ ਮਾਤਾ ਵੀ ਆਪਣੀ ਨੌਜਵਾਨ ਧੀ ਨੂੰ ਨਹੀਂ ਦੱਸ ਸਕਦੀ ਜੋ ਗੁਰੂ ਮਹਾਰਾਜ ਦੀ ਸਿੱਖਿਆ ਵਿੱਚੋਂ ਪ੍ਰਾਪਤ ਹੋਣਾ। ਭਾਵੇਂ ਕਿ ਸਕਾ ਪਿਤਾ ਹੀ ਹੈ, ਆਪਣੇ ਨੌਜਵਾਨ ਪੁੱਤਰ ਨਾਲ ਉਹਨਾਂ ਗੱਲਾਂ ਦੀ ਸਾਂਝ ਨਹੀਂ ਪਾ ਸਕਦਾ ਜੋ ਗੁਰੂ ਮਹਾਰਾਜ ਸਾਹਿਬ ਜੀ ਦੇ ਘਰੋਂ ਸ਼ਬਦ ਵਿੱਚੋਂ ਸਿੱਖਿਆ ਪ੍ਰਾਪਤ ਹੋਣੀ ਹੈ। ਇਹੀ ਘਾਟ ਹੈ। ਸਾਡਾ ਧਾਰਮਿਕ ਢਾਂਚਾ ਜਿਹੜਾ ਸੀ ਨਾ, ਬੜਾ ਮਜ਼ਬੂਤ ਸੀ, ਬਹੁਤ ਜ਼ਿਆਦਾ। ਇਸ ਧਾਰਮਿਕ ਢਾਂਚੇ ਨੂੰ ਅੰਗਰੇਜ਼ ਨੇ ਗਿਰਾਇਆ, ਕਿਉਂਕਿ ਗੁਰੂ ਘਰ ਦੇ ਜਿਹੜੇ ਗ੍ਰੰਥੀ ਹੁੰਦੇ ਸੀ ਨਾ, ਉਹ ਸਾਧ ਸੰਗਤ ਜੀ ਇਹ ਸਾਰੇ ਗਿਆਨ ਦਾ ਕੇਂਦਰ ਹੁੰਦੇ ਸੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਬੋਧ ਜਿਹੜਾ ਸੀ, ਉਹ ਸਿੱਖਾਂ ਦੇ ਅੰਦਰ ਜਦੋਂ ਵੰਡਦੇ ਸੀ, ਬੱਚੇ ਕਿਸ਼ੋਰ ਅਵਸਥਾ ਤੱਕ ਆਉਣ ਤੱਕ ਹੀ ਕਾਮ ਦੇ ਪ੍ਰਬਲ ਜ਼ੋਰ ਬਾਰੇ ਸਿੱਖ ਜਾਂਦੇ ਸੀ। ਫਿਰ ਸ਼ਬਦ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਦਾ ਦਰਸ਼ਨ ਹੋਣਾ, ਸਤ ਸੰਗਤ ਦਾ ਜ਼ੋਰ ਹੋਣਾ, ਜਵਾਨੀ ਤੱਕ ਆਉਂਦਿਆਂ ਆਉਂਦਿਆਂ ਚਿੱਤ ਜਿਹੜਾ ਹੈ ਨਾ, ਉਹ ਫਿਰ ਨਾਮ ਦੇ ਰੰਗ ਵਿੱਚ ਇਹੋ ਜਿਹਾ ਰੰਗਿਆ ਜਾਂਦਾ ਹੈ ਕਿ ਕਾਮ ਫਿਰ ਉਛਾਲਾ ਹੀ ਨਹੀਂ ਮਾਰਦਾ। ਫਿਰ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਧਰਮ ਦੇ ਮੂਜਬ ਮਾਤਾ ਪਿਤਾ ਦੇ ਕਹੇ ਲੱਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਨਿਰੰਕਾਰ ਨੂੰ ਸਾਖਸ਼ੀ ਮੰਨ ਕਰਕੇ ਮੈਂ ਆਪਣਾ ਜੀਵਨ ਸਾਥੀ ਚੁਣਨਾ ਹੈ। ਤੇ ਫਿਰ ਜਦੋਂ ਉਸ ਧਰਮ ਪਤਨੀ ਨਾਲ ਸਾਧ ਸੰਗਤ ਜੀ ਜਿਹੜਾ ਹੈ ਗ੍ਰਸਤ ਵਿਹਾਰ ਕਰਦਾ ਸੰਸਾਰ ਦੇ ਅੰਦਰ ਬੱਚੇ ਦੀ ਉਤਪਤੀ ਵਾਸਤੇ, ਤੇ ਜਿਹੜੀ ਹੈ ਔਰਤ ਉਹ ਵੀ ਧਰਮੀ ਹੋਵੇ ਤੇ ਮਰਦ ਵੀ ਧਰਮੀ ਹੋਵੇ, ਤੇ ਫਿਰ ਐਸੇ ਮਾਤਾ ਪਿਤਾ ਦੇ ਸੰਬੰਧ ਤੋਂ ਕੋਈ ਭਾਈ ਤਾਰੂ ਸਿੰਘ ਵਰਗਾ ਯੋਧਾ ਜਨਮ ਲੈਂਦਾ ਹੈ। ਤੇ ਜੇ ਸਾਧ ਸੰਗਤ ਜੀ ਕਾਮ ਦੀ ਵਾਸ਼ਨਾ ਕਰਕੇ ਹੀ ਜਿਹੜਾ ਹੈ ਇਹ ਭੋਗ ਭੋਗਣਾ ਹੈ, ਤੇ ਫਿਰ ਬੱਚੇ ਵੀ ਉਹੋ ਜਿਹੇ ਪੈਦਾ ਹੋਣੇ ਆ। ਮਾਫ ਕਰਨਾ, ਇਹ ਸ਼ਬਦ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਾ ਦੱਸੇ ਜਾਣ ਤੇ ਫਿਰ ਕਿੱਥੇ ਕੋਈ ਸਿੱਖ ਸਕਦਾ ਹੈ। ਭਾਈ ਵੀਰ ਸਿੰਘ ਸਾਹਿਬ ਜੀ ਨੇ ਲਿਖਿਆ ਕਿ ਭਾਈ ਜੇ ਸਿੱਖ ਕੌਮ ਦੀ ਚੜ੍ਹਦੀ ਕਲਾ ਕਰਨੀ ਹੈ ਤੇ ਗੁਰਦੁਆਰੇ ਸਾਹਿਬਾਂ ਦੇ ਗ੍ਰੰਥੀ ਜਿਹੜੇ ਆ ਉੱਚੇ ਜੀਵਨ ਵਾਲੇ ਹੋਣ, ਤੇ ਉਹਨਾਂ ਦੇ ਇਹੋ ਜਿਹੀ ਉਹਨਾਂ ਵਾਸਤੇ ਸਹੂਲਤ ਹੋਵੇ ਕਿ ਉਹ ਗੁਰਸਿੱਖੀ ਦਾ ਪ੍ਰਚਾਰ ਜਿਹੜਾ ਹੈ, ਗੁਰੂ ਸਾਹਿਬ ਦੀ ਬਾਣੀ ਦਾ ਬੋਧ ਜਿਹੜਾ ਹੈ, ਉਹ ਸਿੱਖਾਂ ਦੇ ਅੰਦਰ ਵੰਡਣ ਤੇ ਆਪ ਨਾਮ ਬਾਣੀ ਦੀ ਕਮਾਈ ਕਰਨ। ਪਰ ਸਾਡਾ ਅੱਜ ਕੱਲ੍ਹ ਦਾ ਇਹ ਢਾਂਚਾ ਕਿਹੋ ਜਿਹਾ ਹੈ? ਗ੍ਰੰਥੀ ਤਾਂ ਸਾਧ ਸੰਗਤ ਜੀ ਇਹੋ ਜਿਹਾ ਬਣਾ ਦਿੱਤਾ ਕਿ ਜਿਹੜਾ ਘਰਾਂ ਵਿੱਚ ਜਾ ਕਰਕੇ ਮੰਗਦਾ ਫਿਰਦਾ ਹੈ, ਤੇ ਫਿਰ ਉਸ ਦੀ ਹਾਲਤ ਇਹੋ ਜਿਹੀ, ਵਿਚਾਰਾ ਆਪਦੇ ਬੱਚੇ ਨਹੀਂ ਪੜ੍ਹਾ ਸਕਦਾ। ਗੁਰਦੁਆਰੇ ਸਾਹਿਬ ਦੀਆਂ ਇਮਾਰਤਾਂ ਬਹੁਤ ਵੱਡੀਆਂ ਬਣਾ ਲਈਆਂ। ਜੇ ਗ੍ਰੰਥੀ ਸਿੰਘ ਰੱਖਣਾ, ਇਹ ਨਹੀਂ ਕਿ ਇੱਥੋਂ ਦੀ ਗੱਲ ਹੈ, ਬਾਹਰਲੇ ਦੇਸ਼ਾਂ ਵਾਲੇ ਜਿਹੜੇ ਆਪ ਉਹ ਲੋਕ 10-10 ਹਜ਼ਾਰ ਡਾਲਰ ਮਹੀਨੇ ਦੀ ਤਨਖਾਹ ਲੈਂਦੇ ਆ ਨਾ, ਤੇ ਗ੍ਰੰਥੀ $500 ਵਾਲਾ ਭਾਲਦੇ ਆ, $600 ਵਾਲਾ ਗ੍ਰੰਥੀ ਭਾਲਦੇ ਆ। ਫਿਰ ਉਹਦੇ ਨਾਲ ਕਈ ਪ੍ਰਕਾਰ ਦੇ ਜਿਹੜੇ ਆ ਗ੍ਰੀਨ ਕਾਰਡ ਆਦਿ ਕੋ ਅਪਲਾਈ ਕਰ ਦਾਂਗੇ, ਹੋਰ ਲਾਲਚ ਦੇ ਕਰਕੇ। ਫਿਰ ਸਾਧ ਸੰਗਤ ਜੀ ਉਹ ਲਾਲਚ ਵਸ ਹੀ ਉਹੋ ਜਿਹਾ ਜਿਹੜਾ ਹੈ ਗ੍ਰੰਥੀ ਨੇ ਵੀ ਡਿਊਟੀ ਕਰਨੀ ਹੈ। ਜਿਹੜਾ ਹੈ ਗ੍ਰੰਥੀ ਸਿੰਘ ਦਾ ਜੀਵਨ ਉਹ ਕਿਵੇਂ ਬਣੇਗਾ ਜਦੋਂ ਉਹਦਾ ਧਿਆਨ ਹੀ ਮਾਇਆ ਦੇ ਕਮਾਉਣ ਵਿੱਚ ਲੱਗਾ ਹੋਇਆ ਹੈ। ਇਮਾਰਤਾਂ ਐਡੀਆਂ ਸੋਹਣੀਆਂ ਬਣਾਉਣਾ ਚਾਹੁੰਦੇ ਆ, ਹੋਰ ਸੰਗਤਾਂ ਦੇ ਅੰਦਰ ਬੜੇ ਬੜੇ ਖਰਚੇ ਕਰਕੇ ਜਿਹੜੇ ਆ ਉਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਬੜੀ ਪੰਥ ਦੀ ਸੇਵਾ ਕਰ ਰਹੇ ਹਾਂ, ਬਹੁਤ ਜ਼ਿਆਦਾ ਸਾਡਾ ਯੋਗਦਾਨ ਹੈ। ਤੇ ਗ੍ਰੰਥੀ ਸਿੰਘ ਨੂੰ ਤਨਖਾਹ ਦੇਣਗੇ ਕਿ $500। ਫਿਰ ਆਪਣੇ ਘਰ ਦੇ ਖਰਚਿਆਂ ਵੱਲ ਵੇਖ ਕਰਕੇ ਜਰਾ ਮਹਿਸੂਸ ਕਰਨ ਕਿ ਜੇ ਸਾਡਾ ਖਰਚਾ ਘਰ ਦਾ $5000 ਵਿੱਚ ਨਹੀਂ ਪੂਰਾ ਹੁੰਦਾ, ਤੇ ਗ੍ਰੰਥੀ ਸਿੰਘ ਦੇ ਖਰਚੇ ਜਿਹੜੇ ਆ $500 ਵਿੱਚ ਕਿਵੇਂ ਪੂਰੇ ਹੋਣਗੇ। ਫਿਰ ਸਾਧ ਸੰਗਤ ਜੀ
ਉਹਨਾਂ ਦੇ ਜੀਵਨ ਢਿੱਲੇ ਇਸੇ ਕਰਕੇ ਹੋ ਜਾਂਦੇ ਹੈ ਕਿਉਂਕਿ ਸਮਾਜ ਦੇ ਢਾਂਚੇ ਨੂੰ ਅਸੀਂ ਆਪ ਜਿਹੜਾ ਹੈ ਉਹ ਬਰਬਾਦ ਕੀਤਾ ਹੈ ਤੇ ਭਾਲਦੇ ਆ ਕਿ ਸਾਨੂੰ ਗ੍ਰੰਥੀ ਸਿੰਘ ਬੜਾ ਉੱਚਾ ਸੁੱਚੇ ਜੀਵਨ ਵਾਲਾ ਚਾਹੀਦਾ। ਉਹਨਾਂ ਦੀ ਮੰਗ ਪਤਾ ਕੀ ਹੁੰਦੀ, ਕਿਉਂਕਿ ਹੁਣ ਅਸੀਂ ਵਿਚਰਦੇ ਆ ਬਾਬਾ ਜੀ ਸਾਨੂੰ ਗ੍ਰੰਥੀ ਸਿੰਘ ਚਾਹੀਦਾ। ਅੱਛਾ, ਕੀ ਉਸ ਦੇ ਕੋਲ ਲਿਆਕਤ ਹੋਵੇ ਬਾਬਾ ਜੀ ਉਹ ਨਾ ਕਥਾ ਵੀ ਕਰ ਸਕਦੇ ਹੋਣ ਤੇ ਉਹਨਾਂ ਨੂੰ ਕੀਰਤਨ ਵੀ ਕਰਨਾ ਆਉਂਦਾ ਹੋਵੇ, ਗੁਰਬਾਣੀ ਸੁੱਧ ਸਾਡੇ ਬੱਚਿਆਂ ਨੂੰ ਸਿਖਾਉਣ, ਗਤਕਾ ਸਿਖਾ ਸਕਦੇ ਹੋਣ, ਸ਼ਸਤਰ ਵਿਦਿਆ ਤੇ ਸਾਰੀਆਂ ਚੀਜ਼ਾਂ ਮੰਗਦੇ ਐ। ਤੇ ਜੀ ਤਨਖਾਹ ਕਿੰਨੀ ਦਿਓਗੇ? ਉਹ ਤਾਂ ਬਾਬਾ ਜੀ $500 ਦੇ ਦਿਆਂਗੇ ਜੀ। ਜਿਸ ਨੇ ਸਾਧ ਸੰਗਤ ਜੀ ਬ੍ਰਹਮ ਵਿਦਿਆ ਪੜ੍ਹੀ ਹੈ ਉਹ $500 ਤੇ ਵਾਸਤੇ ਤੁਹਾਡੇ ਕੋਲ ਤਨਖਾਹ ਤੇ ਤੁਹਾਡਾ ਨੌਕਰ ਬਣ ਕੇ ਕਿਵੇਂ ਤੁਹਾਡੇ ਕੋਲ ਕੰਮ ਕਰੇਗਾ? ਫਿਰ ਇਹੀ ਨਹੀਂ, ਗੁਰਦੁਆਰੇ ਸਾਹਿਬ ਦਾ ਸਾਰਾ ਪਹਿਰਾ ਉਹਦੇ ਕੋਲੋਂ ਦਵਾਉਂਦੇ ਆ, ਰਾਤ ਦਿਨ ਦਾ ਉਹਨੂੰ ਚੌਂਕੀਦਾਰ ਰੱਖਿਆ ਹੁੰਦਾ। ਕੋਈ ਲੰਗਰ ਦਾ ਕੌਲਾ ਤੱਕ ਕੋਈ ਭਾਂਡਾ ਗਵਾਚ ਜੇ ਆ ਕੇ ਗ੍ਰੰਥੀ ਨੂੰ ਢਾ ਲੈਂਦੇ ਆ ਕਿ ਤੂੰ ਇੱਥੇ ਕੀ ਕਰਦਾ ਜੇ ਥਾਲੀ ਕੋਈ ਚੁੱਕ ਕੇ ਲੈ ਗਿਆ ਤਾਂ। ਤੇ ਮੈਂਬਰ ਜਿਹੜੇ ਉਹ ਆਪਣੇ ਆਪ ਨੂੰ ਮਾਲਕ ਸਮਝਦੇ ਆ ਗੁਰਦੁਆਰੇ ਸਾਹਿਬ ਦਾ ਕਿ ਤੈਨੂੰ ਨੌਕਰ ਕਾਹਦੇ ਲਈ ਰੱਖਿਆ? ਜਿਹੜਾ ਮਰਜੀ ਘਰੋਂ ਭਾਵੇਂ ਕੁੱਟ ਖਾ ਕੇ ਆਵੇ ਘਰਵਾਲੀ ਕੋਲੋਂ ਆ ਕੇ ਗ੍ਰੰਥੀ ਉੱਤੇ ਦਬਕੇ ਮਾਰਨ ਲੱਗ ਜਾਂਦਾ। ਇਹ ਸਾਡਾ ਸਿੱਖ ਸਮਾਜ ਦਾ ਢਾਂਚਾ ਹੈ। ਤੇ ਫਿਰ ਅਸੀਂ ਲੋਚਦੇ ਹਾਂ ਸਾਡੇ ਬੱਚੇ ਜੀ ਗੁਰਸਿੱਖੀ ਵਿੱਚ ਨਹੀਂ ਰਹੇ, ਸਾਡੀ ਜੀ ਧੀ ਵਿਗੜ ਗਈ ਹੈ, ਸਾਡਾ ਪੁੱਤਰ ਵਿਗੜ ਗਿਆ ਹੈ। ਤੁਸੀਂ ਆਪ ਇਸ ਸਮਾਜ ਦੇ ਢਾਂਚੇ ਨੂੰ ਗਿਰਾਇਆ ਹੈ। ਤੁਹਾਡੇ ਬੱਚੇ ਕਿਉਂ ਨਾ ਵਿਗੜਨਗੇ? ਕਿਉਂਕਿ ਤੁਸੀਂ ਇਹ ਸਾਰਾ ਕੁਝ ਹੀ ਜਿਹੜੀ ਵਿਵਸਥਾ ਸੀ ਇਸ ਨੂੰ ਬਰਬਾਦ ਕਰ ਦਿੱਤਾ ਹੈ। ਤੇ ਫਿਰ ਸੋਚਦੇ ਹੋ ਸਾਡੇ ਬੱਚੇ ਲਾਇਕ ਨਿਕਲਣ। ਤੇ ਜੇ ਕੋਈ ਕਿਸੇ ਥਾਂ ਤੇ ਸਤਿਕਾਰ ਕਰਦੇ ਵੀ ਹਨ ਨਾ ਤਾਂ ਸਾਧ ਸੰਗਤ ਜੀ ਉੱਤੋਂ ਦਿਖਾਵੇ ਮਾਤਰ ਸਤਿਕਾਰ ਕਰਦੇ ਆ ਕਿ ਸੰਗਤ ਵਿੱਚ ਸਾਡਾ ਕੀ ਪ੍ਰਭਾਵ ਪਵੇਗਾ। ਉਹਨਾਂ ਦੇ ਦਿਲਾਂ ਵਿੱਚ ਗ੍ਰੰਥੀ ਸਿੰਘਾਂ ਦਾ ਸਤਿਕਾਰ ਨਹੀਂ ਹੈ, ਕਥਾਵਾਚਕ ਰਾਗੀ ਸਿੰਘਾਂ ਦਾ ਸਤਿਕਾਰ ਨਹੀਂ ਹੈ। ਇਸੇ ਕਰਕੇ ਜਿਨ੍ਹਾਂ ਨੇ ਕੋਈ ਇਹ ਧਰਮ ਬਾਰੇ ਇਹਨਾਂ ਚੀਜ਼ਾਂ ਦਾ ਗਿਆਨ ਦੇਣਾ ਸੀਗਾ ਉਹ ਆਪ ਵੀ ਇਹਨਾਂ ਚੀਜ਼ਾਂ ਦੇ ਸਾਧ ਸੰਗਤ ਜੀ ਆਪ ਉਹਨਾਂ ਤੇ ਸਥਿਰ ਨਹੀਂ ਰਹੇ। ਬਹੁਤ ਸਾਰੀਆਂ ਘਟਨਾਵਾਂ ਕਿੰਨੀਆਂ ਕਦਾ ਜ਼ਿਕਰ ਕਰਾਂ। ਇਹ ਸਮਾਜ ਦਾ ਢਾਂਚਾ ਹੀ ਸਾਧ ਸੰਗਤ ਜੀ ਇਸ ਤਰ੍ਹਾਂ ਫਿਰ ਗਿਰ ਜਾਂਦਾ ਹੈ। ਤੇ ਉਹਦੇ ਵਾਸਤੇ ਕੀ ਹੈ, ਛਿਵੇਂ ਕਾਮ ਨਾ ਪੁੱਛੈ ਜਾਤ। ਕਾਮ ਵਾਸ਼ਨਾ ਦੇ ਭੋਗਣ ਲਈ ਸਾਧ ਸੰਗਤ ਜੀ ਜਦੋਂ ਇਹ ਜਵਾਨੀ ਦੀ ਅਵਸਥਾ ਆਉਂਦੀ ਹੈ ਨਾ, ਭੋਜਨ ਹੀ ਇਸ ਪ੍ਰਕਾਰ ਦਾ ਖਾਣਾ ਤੇ ਫਿਰ ਵਾਸ਼ਨਾ ਨੇ ਜਦੋਂ ਜ਼ੋਰ ਮਾਰਨਾ, ਉਹਦਾ ਕਾਰਨ ਕੀ ਹੁੰਦਾ ਹੈ ਕਿ ਜਿਹੜੇ ਨੌਜਵਾਨ ਬੱਚੇ ਬੱਚੀਆਂ ਇਹ ਵਿਵਾਹ ਤੋਂ ਪਹਿਲਾਂ ਹੀ ਗਲਤੀਆਂ ਵਾਸ਼ਨਾ ਕਰਕੇ ਇਹੋ ਜਿਹੀਆਂ ਕਰ ਲੈਂਦੇ ਆ ਕਿ ਫਿਰ ਵਿਵਾਹ ਦੇ ਯੋਗ ਹੀ ਨਹੀਂ ਰਹਿੰਦੇ। ਜਿਹੜਾ ਪੰਜਾਬ ਦੀ ਵੀ ਅੱਜ ਇਹ ਵਿਵਸਥਾ ਹੈ, ਸਿੱਖ ਸਮਾਜ ਦੀ ਇਹ ਹਾਲਤ ਹੈ। ਤੇ ਫਿਰ ਆਪਾਂ ਜਿਹੜਾ ਹੈ ਉਹ ਇਕੱਠ ਕਰਕੇ ਬੜਾ ਸੈਮੀਨਾਰ ਕਰਕੇ ਵੀ ਜੇ ਆਪਾਂ ਇਹ ਕਰੀਏ ਕਿ ਗ੍ਰਸਤੀ ਜੀਵਨ ਦਾ ਢਾਂਚਾ ਗਿਰ ਰਿਹਾ ਹੈ। ਸਾਧ ਸੰਗਤ ਜੀ ਹਾਲਤ ਐਸੀ ਹੈ ਕਿ ਜਿਹੜੇ ਆ ਵਿਆਹ ਦੀ ਉਮਰ ਤੱਕ ਆਉਣ ਤੱਕ ਪਹਿਲਾਂ ਹੀ ਬੱਚੇ ਗਲਤੀਆਂ ਵਾਸ਼ਨਾ ਕਰਕੇ ਇਹੋ ਜਿਹੀਆਂ ਕਰ ਲੈਂਦੇ ਆ ਕਿ ਫਿਰ ਬੱਚੇ ਦੇ ਪੈਦਾ ਕਰਨ ਦੀ ਸ਼ਕਤੀ ਨਹੀਂ ਰਹਿੰਦੀ, ਨਮਰਦ ਹੋ ਜਾਂਦੇ ਆ। ਮਾਫ ਕਰਨਾ, ਪੰਜਾਬ ਦੀ ਵੀ ਹਾਲਤ ਇਹੋ ਜਿਹੀ ਹੈ, ਨੌਜਵਾਨ ਨਮਰਦ ਹੋਇਆ ਪਿਆ ਹੈ। ਇੱਕ ਤਾਂ ਨਸ਼ਿਆਂ ਦੇ ਕਰਕੇ, ਦੂਸਰਾ ਵਾਸ਼ਨਾ ਦੇ ਵਿੱਚ ਸਰੀਰਕ ਗਲਤੀਆਂ ਕਰਕੇ। ਇਹੋ ਜਿਹੇ ਤਰੀਕੇ ਨਾਲ ਵਾਸ਼ਨਾ ਨੂੰ ਭੋਗਣਾ ਤੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਉਹ ਗ੍ਰਸਤ ਦੇ ਮਾਰਗ ਦੇ ਯੋਗ ਹੀ ਨਹੀਂ ਸਰੀਰ ਰਹਿ ਜਾਂਦਾ। ਤੇ ਫਿਰ ਜਿਹੜਾ ਨਮਰਦੀ ਬਣ ਗਿਆ ਉਹਨੇ ਸਤਿਗੁਰੂ ਦੀ ਸਿੱਖੀ ਕੀ ਕਮਾਉਣੀ ਹੈ? ਉਸਨੇ ਸਾਧ ਸੰਗਤ ਜੀ ਨਾਮ ਅਭਿਆਸ ਕੀ ਕਰਨਾ ਹੈ? ਤੇ ਨਮਰਦ ਬਣੇ ਹੋਏ ਨਸ਼ਿਆਂ ਵਿੱਚ ਫਿਰ ਲੱਗ ਜਾਂਦੇ ਆ ਦੁਖੀ ਹੋਏ। ਜਦੋਂ ਇੱਛਾ ਪੂਰਤੀ ਨਹੀਂ ਹੁੰਦੀ ਹੈ ਤੇ ਫਿਰ ਇਸ ਤਰ੍ਹਾਂ ਦੇ ਵਿਨਾਸ਼ ਵੱਲ ਨੂੰ ਤੁਰ ਪੈਂਦੇ ਆ। ਇਹ ਸਮਾਜ ਦਾ ਢਾਂਚਾ ਇਸ ਪ੍ਰਕਾਰ ਕੁਝ ਕੀ ਹੁੰਦਾ, ਗੁਲਾਮ ਕੌਮਾਂ ਨੂੰ ਗਿਰਾਉਣ ਵਾਸਤੇ ਵੀ ਇਹੋ ਜਿਹੇ ਢਾਂਚੇ ਬਣਾਏ ਜਾਂਦੇ ਆ, ਚਾਰ ਸਫੇਰਾ ਉਹੋ ਜਿਹਾ ਰਚਿਆ ਜਾਂਦਾ ਹੈ। ਪਰ ਜਿਹੜੇ ਸੁਹਿਰਦ ਹਿਰਦੇ ਹੈ ਇਸ ਪਾਵਨ ਅਸਥਾਨ ਤੋਂ ਇਹ ਬੇਨਤੀ ਇਸ ਕਰਕੇ ਕੀਤੀ ਹੈ ਕਿ ਭਾਈ ਜੇ ਕੁਝ ਤੁਸੀਂ ਆਪਣੇ ਆਲੇ ਦੁਆਲੇ ਦਾ ਹੀ ਸੁਧਾਰ ਕਰ ਸਕਦੇ ਆ ਤੇ ਜ਼ਰੂਰ ਕਰੋ। ਉਹਦੇ ਵਾਸਤੇ ਕੀ ਹੈ ਕਿ ਜੇ ਇੱਕ ਅਸਥਾਨ ਤੋਂ ਹੀ ਸ਼ੁਰੂਆਤ ਕਰੋ, ਬਹੁਤ ਲਿਆਕਤ ਵਾਲਾ ਕੋਈ ਇਹੋ ਜਿਹਾ ਸਿੰਘ ਜਿਹਨੂੰ ਬਾਣੀ ਦਾ ਬੋਧ ਹੋਵੇ, ਨਾਮ ਬਾਣੀ ਦੀ ਕਮਾਈ ਵਾਲਾ ਹੋਵੇ, ਜੇ ਉਸ ਨੂੰ
ਪੂਰੀ ਜਿਸ ਤਰ੍ਹਾਂ ਤੁਸੀਂ ਇੱਕ ਬੜੀ ਚੰਗੇ ਯੋਗ ਅਹੁਦੇ ਤੇ ਕੰਮ ਕਰਦੇ ਹੋਏ ਤਨਖਾਹ ਲੈਂਦੇ ਆ, ਓਨੀ ਤਨਖਾਹ ਦੇ ਕਰਕੇ ਜੇ ਕਿ ਤੁਸੀਂ ਰੱਖੋ, ਨਾਲੇ ਉਹਦੇ ਜਿਹੜੇ ਆ ਘਰ ਦੇ ਕਾਰਜ ਸਾਰੇ ਆਪਣੇ ਆਪ ਚੱਲਣ, ਤੇ ਵੇਖਿਓ ਫਿਰ ਪ੍ਰਚਾਰ ਵਿੱਚ ਕਿਵੇਂ ਤਬਦੀਲੀ ਆਉਂਦੀ ਹੈ ਤੇ ਨੌਜਵਾਨ ਬੱਚਿਆਂ ਵਿੱਚ ਕਿਵੇਂ ਤਬਦੀਲੀ ਆਉਂਦੀ ਹੈ। ਜਿਹੜੇ ਕੋਈ ਇਹ ਨਹੀਂ ਕਿ ਕਿਸੇ ਚੀਜ਼ ਦਾ ਬੀਜ ਨਾਸ਼ ਹੈ, ਨਹੀਂ, ਐਸੇ ਧਰਮ ਦੇ ਅਕੀਦੇ ਤੇ ਖੜੇ ਅੱਜ ਵੀ ਕਥਾਵਾਚਕ ਹਨ। ਧਰਮ ਦੇ ਅਕੀਦੇ ਨੂੰ ਕਮਾਉਣ ਵਾਲੇ ਅੱਜ ਵੀ ਰਾਗੀ ਸਿੰਘ ਹਨ, ਪਰ ਉਹਨਾਂ ਦੀ ਥਾਵਾਂ ਥਾਵਾਂ ਤੇ ਅੱਜ ਵੀ ਦੁਰਗਤ ਹੁੰਦੀ ਹੈ। ਬਹੁਤ ਜ਼ਿਆਦਾ ਅਪਮਾਨ ਉਹਨਾਂ ਨੂੰ ਸਹਿਣਾ ਪੈਂਦਾ ਹੈ, ਪਰ ਜਿਹੜੇ ਸੰਸਾਰ ਵੱਲ ਨਹੀਂ ਵੇਖਦੇ, ਆਪਣੀ ਟੇਕ ਗੁਰੂ ਸਾਹਿਬ ਦੇ ਉੱਪਰ ਰੱਖਦੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਕਦੇ ਫਿਰ ਕਮੀ ਨਹੀਂ ਆਉਣ ਦਿੰਦੇ। ਐਸਾ ਨਿਸ਼ਚਾ ਜਿਹੜਾ ਨਾ ਧਾਰਮਿਕ ਪੁਰਖ ਨੂੰ ਵੀ ਰੱਖਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀ, ਜਿਹੜਾ ਕਾਮ ਦਾ ਧਰਮ ਦੇ ਕੁੰਡੇ ਥੱਲੇ ਗਿਆਨ ਹੈ ਨਾ, ਇਹ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਬੱਚੀਆਂ ਵਾਸਤੇ, ਕਿਉਂਕਿ ਜੇ ਇਸ ਦਾ ਗਿਆਨ ਨਾ ਹੋਇਆ ਤੇ ਫਿਰ ਉਹ ਇਹੋ ਜਿਹੀਆਂ ਗਲਤੀਆਂ ਕਰ ਬੈਠਦੇ ਆ ਜਿਹਦੇ ਕਰਕੇ ਫਿਰ ਗੱਡੀ ਲੀਹੇ ਨਹੀਂ ਚੜ੍ਹਦੀ। ਇਹੋ ਜਿਹੀ ਲੀਹੋਂ ਉਤਰਦੀ ਹੈ ਕਿ ਫਿਰ ਵਾਸ਼ਨਾ ਭੋਗਦੇ ਭੋਗਦੇ ਉਹ ਨਰਕਾਂ ਦੇ ਰਾਹ ਹੀ ਪਏ ਹੁੰਦੇ ਆ, ਸਰਵਨਾਸ਼ ਦੇ ਰਾਹ ਹੀ ਪਏ ਹੁੰਦੇ ਆ। ਇਸ ਤਰ੍ਹਾਂ ਦੀ ਬੁਰੀ ਹਾਲਤ ਹੁੰਦੀ ਹੈ। ਤੇ ਬਾਹਰਲੇ ਦੇਸ਼ਾਂ ਵਿੱਚ ਬਹੁਤਾਤ ਹਨ ਇਹ ਸਾਰੀਆਂ ਗੱਲਾਂ, ਇੱਕ ਪਰਿਵਾਰ ਦੀ ਨਹੀਂ, ਇਹ ਬਹੁਤਿਆਂ ਪਰਿਵਾਰਾਂ ਦੀ ਇਹ ਕਹਾਣੀ ਹੈ ਕਿ ਬੱਚੇ ਜਿਹੜੇ ਹੈ ਉਹ ਵਾਸ਼ਨਾ ਵਿੱਚ ਗਰਕੇ ਹੋਏ ਹੈ। ਮਹਾਰਾਜ ਕਹਿੰਦੇ ਭਾਈ ਇਹ ਛੇਵੇਂ ਕਾਮ ਨਾ ਪੁੱਛਿਆ ਜਾਤ, ਇਹਦਾ ਵਿਸਥਾਰ ਤਾਂ ਬਹੁਤ ਹੈ, ਪਰ ਮੈਂ ਟੂਕ ਮਾਤਰ ਬੇਨਤੀ ਕੀਤੀ ਹੈ। ਜਿਹੜੇ ਇਹ ਵੀ ਕਹਿੰਦੇ ਆ ਨਾ, ਕਈ ਉੱਥੇ ਸਾਧ ਸੰਗਤ ਜੀ ਜਿਹੜੇ ਹੈ ਉਹ ਭਾਵੇਂ ਕਿ ਮਹਾਰਾਜ ਜੀ ਦੇ ਉਹ ਸ਼ਬਦ ਪੜ੍ਹਦੇ ਆ, ਬੜੇ ਬਰੀਕ ਹੈ, ਸੂਖਸ਼ਮ ਬੀਰਤੀ ਨਾਲ ਸਮਝਣਾ। ਕਿਸੇ ਗੋਰੀ ਲੜਕੀ ਨੂੰ ਪਸੰਦ ਕਰਕੇ ਤੇ ਉਹਦੇ ਨਾਲ ਗੁਰਦੁਆਰੇ ਸਾਹਿਬ ਆਨੰਦ ਕਾਰਜ ਕਰਦੇ। ਫਿਰ ਸਿੱਖਾਂ ਦੀ ਲੜਕੀ ਹੋਵੇ ਤੇ ਕਿਸੇ ਕਾਲੇ ਦੇ ਨਾਲ ਉਹ ਆਨੰਦ ਕਾਰਜ ਪੜ੍ਹਾਉਂਦੀ ਹੈ ਲਿਆ ਕਰਕੇ ਗੁਰਦੁਆਰੇ ਸਾਹਿਬ। ਤੇ ਪੰਗਤੀ ਪਤਾ ਕੀ ਪੜ੍ਹਦੇ ਆ, ਕਹਿੰਦੇ ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨ ਬੋ। ਮਹਾਰਾਜ ਦੀ ਪੰਗਤੀ ਆਪਣੇ ਉੱਲੂ ਨੂੰ ਸਿੱਧਾ ਕਰਨ ਵਾਸਤੇ ਪੜ੍ਹਦੇ ਆ। ਉਹ ਸਤਿਗੁਰਾਂ ਜੀ ਨੇ ਜਿਹੜਾ ਸਾਧ ਸੰਗਤ ਜੀ ਜਾਤੀ ਭੇਦ ਭਾਵ ਕਿਸੇ ਨਾਲ ਕਰਦੇ ਆ ਨਾ, ਉਹਦੀ ਬਾਬਤ ਮਹਾਰਾਜ ਨੇ ਕਿਹਾ ਕਿ ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨ ਬੋ। ਇਹ ਨਹੀਂ ਕਿਹਾ ਕਿ ਸ਼ੰਕਰ ਵਰਨੀ ਹੋ ਜਿਓ, ਜਿਹਦੇ ਨਾਲ ਮਰਜ਼ੀ ਵਿਆਹ ਕਰਾ ਕੇ ਤੇ ਜਿਹੋ ਜੀ ਮਰਜ਼ੀ ਔਲਾਦ ਪੈਦਾ ਕਰੀ ਜਾਇਓ ਤੇ ਉੱਥੇ ਇਹ ਪੰਗਤੀਆਂ ਪੜ੍ਹਿਓ, ਐਸਾ ਨਹੀਂ ਮਹਾਰਾਜ ਨੇ ਕਿਹਾ। ਉੱਥੇ ਇਹ ਕਾਮ ਦੀ ਮਹਾਰਾਜ ਅਵਸਥਾ ਦੱਸੀ ਹੈ ਤੇ ਉਹ ਸਿੱਖਿਆਵਾਂ ਦਰੜਾਉਂਦੇ ਆ ਸਾਧ ਸੰਗਤ ਜੀ। ਕਈ ਮਾਂ ਪਿਓ ਰੋਂਦੇ ਹੁੰਦੇ ਆ, ਲੜਕੀ ਆਪਣੀ ਮਨ ਮਰਜ਼ੀ ਨਾਲ, ਉਹਨਾਂ ਨੂੰ ਕੀ ਕਾਲੇ ਨੇ ਜਿਹਨੇ ਸਾਰੀ ਉਮਰ, ਭਾਵੇਂ ਕਿ ਮੈਂ ਉਹਨਾਂ ਦਾ ਜਾਤੀ ਵਿਰੋਧ ਨਹੀਂ ਕਰਦਾ, ਕਈ ਬਹੁਤ ਚੰਗੇ ਵੀ ਹੈ, ਕਿਸੇ ਦਾ ਜਾਤੀ ਵਿਰੋਧ ਕਰਨਾ ਗੁਰਮਤਿ ਵਿੱਚ ਠੀਕ ਨਹੀਂ, ਪਰ ਸਿੱਖ ਧਰਮ ਨੂੰ ਛੱਡ ਕਰਕੇ ਹੋਰ ਕਿਸੇ ਜਿਹੜਾ ਹੈ ਫਿਰਕੇ ਦੇ ਅੰਦਰ ਵਿਵਾਹ ਕਰਨਾ, ਤੇ ਮੈਂ ਤਕਰੀਬਨ ਕੋਈ 1% ਹੋਵੇ ਜਿਹੜਾ ਨਿਭਿਆ ਹੋਵੇ, ਨਹੀਂ ਤਾਂ 99% ਸਾਧ ਸੰਗਤ ਜੀ ਉਹ ਦੁਖੀ ਹੋ ਕਰਕੇ ਫਿਰ ਡਿਵੋਰਸ ਹੁੰਦੇ ਆ, ਤਲਾਕ ਹੋ ਜਾਂਦੇ। ਕਿਉਂਕਿ ਜਿਸ ਤਰੀਕੇ ਨਾਲ ਜੀਵਨ ਤੁਸੀਂ ਜਿਉਣਾ ਚਾਹੁੰਦੇ ਹੋ ਉਸ ਤਰੀਕੇ ਦਾ ਜੀਵਨ ਜਿਹੜਾ ਨਾ, ਕਿਉਂਕਿ ਹਰੇਕ ਕੌਮ ਦਾ ਆਪਣਾ ਜਿਉਣ ਦਾ ਢੰਗ ਤਰੀਕਾ ਹੈ। ਜਿਵੇਂ ਉਹਨਾਂ ਦੀ ਜਨਰੇਸ਼ਨ ਦੇ ਅੰਦਰ ਬਚਪਨ ਤੋਂ ਲੈ ਕੇ ਦੱਸਿਆ ਗਿਆ, ਉਹਨਾਂ ਨੂੰ ਓਨਾ ਕੀ ਪਤਾ ਹੈ। ਤੇ ਐਡੇ ਵਿਰਸੇ ਅਮੀਰ ਦੇ ਅੰਦਰ ਜਨਮ ਲੈ ਕਰਕੇ ਤੇ ਫਿਰ ਪੰਗਤੀਆਂ ਗੁਰੂ ਸਾਹਿਬ ਦੀਆਂ ਉਹ ਪੜ੍ਹ ਪੜ੍ਹ ਕੇ ਆਪਣਾ ਉੱਲੂ ਸਿੱਧਾ ਕਰਨਾ, ਤੇ ਵਿੱਚ ਮਨੋਰਥ ਕੀ ਹੁੰਦਾ, ਕਾਮ ਵਾਸ਼ਨਾ ਦਾ। ਆਪਣੀ ਵਾਸ਼ਨਾ ਛਿਪੀ ਹੋਈ ਹੈ ਤੇ ਗੁਰੂ ਸਾਹਿਬ ਜੀ ਦੀਆਂ ਪੰਗਤੀਆਂ ਪੜ੍ਹ ਕੇ ਸੁਣਾ ਦੇਣੀਆਂ। ਇਹ ਸਾਧ ਸੰਗਤ ਜੀ ਕੀ ਹੈ ਕਿ ਨੌਜਵਾਨਾਂ ਨੂੰ, ਮਾਤਾ ਪਿਤਾ ਨੂੰ ਸੋਚਣਾ ਚਾਹੀਦਾ ਹੈ ਕਿ ਬੱਚੇ ਬੱਚੀਆਂ ਜਿਹੜੇ ਹੈ ਉਹ ਸਿੱਖ ਧਰਮ ਦੇ ਅੰਦਰ ਹੀ ਜਿਹੜਾ ਹੈ ਉਹ ਵਿਆਹ ਕਾਰਜ ਕਰਨ, ਆਨੰਦ ਕਾਰਜ ਕਰਨ। ਪਰ ਮਹਾਰਾਜ ਕਹਿੰਦੇ ਭਾਈ ਹਾਲਤ ਇਹੋ ਜਿਹੀ ਹੈ, ਛੇਵੀਂ ਅਵਸਥਾ ਮੋਹ ਦੀ ਹੈ ਕਿ ਛੇਵੇਂ ਜਦੋਂ ਕਾਮ ਉਛਾਲਾ ਮਾਰਦਾ, ਫਿਰ ਮਹਾਰਾਜ ਕਹਿੰਦੇ ਭਾਈ ਜਾਤੀ ਤੇ ਕੋ ਜਾਤੀ, ਜਿਹੜੀ ਖੋਟੀ ਜਾਤੀ ਭਾਵ ਹੋਰਨਾਂ ਜਾਤੀਆਂ ਦੇ ਅੰਦਰ, ਉਹ ਜਿਹੜਾ ਹੈ ਮਹਾਰਾਜ ਕਹਿੰਦੇ ਭੋਗਣ ਤੋਂ ਗੁਰੇਜ ਨਹੀਂ ਕਰਦਾ ਹੈ। ਸਤਵੈ ਸੰਜ ਕੀਆ ਘਰ ਵਾਸ। ਸਤਵੀਂ ਫਿਰ ਮੋਹ ਦੀ ਅਵਸਥਾ। ਮਹਾਰਾਜ ਕਹਿੰਦੇ ਭਾਈ ਫਿਰ ਘਰ ਵਾਸ, ਘਰੇ ਗ੍ਰਸਤੀ ਬਣਾ ਦਿੰਦੇ ਆ ਤੇ ਘਰੇ ਰਹਿਣ ਲੱਗ ਪੈਂਦਾ। ਫਿਰ ਇਸ ਪ੍ਰਕਾਰ
ਜਿਹੜਾ ਹੈ ਘਰ ਦੇ ਮੋਹ ਦਾ ਮਾਰਿਆ ਹੋਇਆ, ਤੇ ਸਾਰੀਆਂ ਹੀ ਮਹਾਰਾਜ ਕਹਿੰਦੇ ਚੀਜ਼ਾਂ ਫਿਰ ਸਾਂਝ ਇਕੱਠੀਆਂ ਘਰ ਦੇ ਵਿੱਚ ਕਰਨ ਲੱਗ ਪੈਂਦਾ ਏ। 8ਵਾਂ ਕ੍ਰੋਧ ਹੋਆ ਤਨ ਨਾਸ਼। 8ਵੀਂ ਮੋਹ ਦੀ ਅਵਸਥਾ ਮਹਾਰਾਜ ਕਹਿੰਦੇ ਭਾਈ ਫਿਰ ਕ੍ਰੋਧ ਵਾਲਾ ਆਉਂਦਾ, ਤੇ ਬੱਚਿਆਂ ਨੂੰ ਕਹਿੰਦਾ ਮੇਰੇ ਕਹੇ ਲੱਗੋ, ਉਹ ਜਦੋਂ ਆਖੇ ਨਹੀਂ ਲੱਗਦੇ ਤੇ ਫਿਰ ਮਹਾਰਾਜ ਕਹਿੰਦੇ ਕ੍ਰੋਧ ਬਹੁਤ ਕਰਦਾ, ਤੇ ਉਹਦੇ ਨਾਲ ਇਹਦਾ ਤਨ ਬਾਹਲੀ ਛੇਤੀ ਫਿਰ ਨਾਸ ਹੁੰਦਾ, ਪ੍ਰਣਾਮ ਭਾਵ ਨੂੰ ਬਾਹਲੀ ਛੇਤੀ ਪ੍ਰਾਪਤ ਹੁੰਦਾ, ਖਿਜਦਾ ਰਹਿੰਦਾ ਹੈ, ਚਿੜਚਿੜਾ ਸੁਭਾਅ ਹੋ ਜਾਂਦਾ ਏ। ਨਵੈ ਤੌਲੇ ਉਭੇ ਸਾਹ। 9ਵੀਂ ਅਵਸਥਾ ਜਦੋਂ ਆਉਂਦੀ ਮਹਾਰਾਜ ਕਹਿੰਦੇ ਭਾਈ ਜਦਾਂ ਬਿਨਾਂ ਹੀ ਜਿਹੜਾ ਹੈ ਸਾਬਣ ਤੋਂ ਫਿਰ ਇਹ ਕੇਸ ਜਿਹੜੇ ਉੱਜਲ ਹੋ ਜਾਂਦੇ ਐ। ਮਹਾਰਾਜ ਕਹਿੰਦੇ ਐ ਕੱਕਾ ਕੇਸ ਪੁੰਡਰ ਜਬ ਹੂਏ ਬਿਨ ਸਾਬੁਣੈ ਉਜਲਿਆ, ਤੇ ਬਿਨਾਂ ਹੀ ਸਾਬਣ ਤੋਂ ਫਿਰ ਸਾਧ ਸੰਗਤ ਜੀ ਇਹ ਚਿੱਟੇ ਆ ਜਾਂਦੇ ਐ। 9ਵੇਂ ਧੌਲੇ ਉੱਭੇ ਸਾਹ, ਸਾਹ ਜਿਹੜੇ ਫਿਰ ਉੱਭੇ ਲੰਬੇ ਲੰਬੇ ਲੈਣ ਲੱਗ ਪੈਂਦਾ ਹੈ, ਸਾਹ ਇਹਨੂੰ ਥੋੜੇ ਕਦਮੀ ਚੱਲ ਕੇ ਚੜਨ ਲੱਗ ਪੈਂਦਾ ਹੈ। ਇਹ ਹਾਲਤ ਮਹਾਰਾਜ ਕਹਿੰਦੇ ਭਾਈ 9ਵੀਂ ਅਵਸਥਾ ਮੋਹ ਦੀ ਹੈ। 10ਵਾਂ ਦਧਾ ਹੋਆ ਸੁਆਹ। 10ਵੀਂ ਅਵਸਥਾ ਮਹਾਰਾਜ ਕਹਿੰਦੇ ਭਾਈ ਫਿਰ ਦੱਦਾ ਸਾੜਿਆ ਹੋਇਆ ਸੁਆਹ ਹੋ ਜਾਂਦਾ ਹੈ, ਸਰੀਰ ਸਾਰਾ ਖਾਕ ਹੋ ਜਾਂਦਾ ਹੈ, ਵਿਸਿਆਂ ਦਾ ਸਾੜਿਆ ਹੋਇਆ ਮਹਾਰਾਜ ਕਹਿੰਦੇ ਭਾਈ ਅੰਤ ਨੂੰ ਸਾੜੀ ਜਾਂਦਾ ਹੈ ਅਗਨ ਦੇ ਅੰਦਰ। ਤੋ ਇਸ ਕਰਕੇ ਅੱਖਰੀ ਅਰਥੀ ਅੱਜ ਕੀਤੇ, ਕੱਲ ਥੋੜਾ ਵਿਸਥਾਰ ਹੋਇਆ ਸੀ, ਤੋ ਜਿਸ ਤਰ੍ਹਾਂ ਥੋੜਾ ਇਹ ਧਿਆਨ ਸੀਗਾ ਕਿ ਇਸ ਦੇ ਉੱਤੇ ਥੋੜੀ ਬੇਨਤੀ ਕੀਤੀ ਜਾਵੇ 6ਵੀਂ ਅਵਸਥਾ ਤੇ, ਤਾਂ ਇਹ ਦੁਬਾਰਾ ਸ਼ਬਦ ਦੇ ਅੱਖਰੀ ਅਰਥ ਕੀਤੇ ਹਨ। ਗਏ ਸੇ ਗੀਤ ਪੁਕਾਰੇ ਤਾਹ। ਮਹਾਰਾਜ ਕਹਿੰਦੇ ਭਾਈ ਉਹ ਗੀਤ ਖੁਸ਼ੀਆਂ ਵਾਲੇ ਤੇ ਚਲੇ ਗਏ ਜਿਹੜੇ ਵਿਆਹਾਂ ਤੇ ਗਾਉਂਦੇ ਸੀ, ਹੁਣ ਤਾਂ ਪਿੱਛੇ ਪੁਕਾਰਾਂ ਕਰਦੇ ਲੋਕ ਤਾਹਾਂ ਮਾਰਦੇ ਐ। ਆਪ ਵੀ ਮਹਾਰਾਜ ਕਹਿੰਦੇ ਭਾਈ ਤਾਹਾਂ ਮਾਰਦਾ ਹੈ। ਉੱਡਿਆ ਹੰਸ ਦਸਾਏ ਰਾਹ। ਫਿਰ ਜਿਹੜਾ ਸਰੀਰ ਦੇ ਵਿੱਚੋਂ ਜੀਵ ਆਤਮਾ ਹੈ ਨਾ ਹੰਸ, ਇਹ ਸਾਧ ਸੰਗਤ ਜੀ ਉੱਡ ਪਿਆ, ਜਿਹੜਾ ਹੈ ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਤੇ ਇਸ ਤਰ੍ਹਾਂ ਦੀ ਹਾਲਤ ਜਦੋਂ ਸਰੀਰ ਚੜ੍ਹਾਈ ਕੀਤਾ, ਫਿਰ ਜੀਵ ਆਤਮਾ ਨੂੰ ਸਭ ਕੁਝ ਦਿਸ ਰਿਹਾ ਹੈ। ਕਹਿ ਕਬੀਰ ਸੁਨੋ ਰੇ ਗੁਨੀਆਂ, ਕਹਿੰਦੇ ਇਹ ਸਿਆਣਿਆਂ ਸੁਣ ਲੈ, ਬਿਨਸੈ ਗੋ ਰੂਪ ਹੈ, ਜਿਹੜਾ ਤੇਰਾ ਰੂਪ ਹੈ ਨਾ ਬਿਨਸ ਜਾਵੇਗਾ। ਦੇਖੈ ਸਭ ਦੁਨੀਆ, ਦੁਨੀਆ ਤੈਨੂੰ ਮਰੇ ਹੋਏ ਨੂੰ ਦੇਖੇਗੀ, ਤੂੰ ਵੀ ਮਰ ਕੇ ਸਾਰਾ ਕੁਝ ਵੇਖੇਂਗਾ। ਹੁਣ ਚੱਲਿਆ ਹਾਂ। ਮਹਾਰਾਜ ਕਹਿੰਦੇ ਉੱਡਿਆ ਹੰਸ ਦਸਾਏ ਰਾਹ। ਉੱਡ ਪੈਂਦਾ ਜਦੋਂ ਜੀਵ ਆਤਮਾ ਸਰੀਰ ਨੂੰ ਛੱਡ ਕਰਕੇ, ਕਿਉਂਕਿ ਤਿਣਕੇ ਤੱਕ ਤੋੜ ਦਿੰਦੇ ਆ ਨਾ, ਫਿਰ ਸਾਧ ਸੰਗਤ ਜੀ ਇਹਨੂੰ ਜਿਹੜੇ ਰਾਹ ਹਨ ਨਾ ਉਹ ਸਾਰੇ ਦਿਸ ਪੈਂਦੇ ਆ। ਜਿਹੋ ਜੀ ਕਰਨੀ ਕੀਤੀ, ਜਿਹੋ ਜੀ ਕਰਤੂਤ ਕੀਤੀ ਹੈ, ਦਸਾਏ ਰਾਹ। ਉਹਨਾਂ ਕੋਲੋਂ ਪੁੱਛਦਾ ਹੈ ਕਿ ਮਹਾਰਾਜ ਹੁਣ ਮੈਂ ਕਿਹੜੇ ਰਾਹ ਤੁਰਾਂ। ਉਹ ਪਾਪਾਂ ਨੂੰ ਵੇਖ ਕਰਕੇ ਕਿ ਤੂੰ ਪਾਪ ਕਰਮ ਕੀਤੇ ਆ, ਨਰਕਾਂ ਦੇ ਰਾਹ ਫਿਰ ਤੋਰ ਲੈਂਦੇ ਆ। ਆਇਆ ਗਿਆ ਮੋਇਆ ਨਾਓ। ਮਹਾਰਾਜ ਕਹਿੰਦੇ ਭਾਈ ਮਰਿਆ ਹੋਇਆ ਨਾਮ ਪੈ ਗਿਆ ਕਿ ਮਰ ਗਿਆ। ਹੁਣ ਜਿਹੋ ਜਿਹਾ ਆਇਆ ਸੀ ਉਹੋ ਜਿਹਾ ਗਿਆ, ਚਲਿਆ ਗਿਆ, ਕੁਛ ਵੀ ਖੱਟ ਕੇ ਨਹੀਂ ਗਿਆ। ਨਾਮ ਵੱਲੋਂ ਮਰਿਆ ਹੋਇਆ ਮਹਾਰਾਜ ਕਹਿੰਦੇ ਭਾਈ ਜਿਹੋ ਜਿਹਾ ਆਇਆ ਸੀ ਉਹੋ ਜਿਹਾ ਹੀ ਵਾਪਸ ਖਾਲੀ ਚਲੇ ਗਿਆ। ਪਿਛੈ ਪਤਲ ਸਦਹੁ ਕਾਵ। ਤੇ ਪਿੱਛੋਂ ਮਹਾਰਾਜ ਕਹਿੰਦੇ ਭਾਈ ਬ੍ਰਾਹਮਣਾਂ ਨੂੰ ਜਿਹੜਾ ਹੈ ਉਹ ਪਤਲਾ ਮਨਸਦੇ ਆ, ਸਰਾਧ ਕਰਦੇ ਆ, ਤੇ ਕਾਵਾਂ ਆਦਿਕ ਨੂੰ ਸੱਦਦੇ ਆ। ਤੇ ਇਉਂ ਮਹਾਰਾਜ ਕਹਿੰਦੇ ਭਾਈ ਸੋਚਦੇ ਆ ਕਿ ਸਾਡਾ ਜਿਹੜਾ ਨਾ ਇਹ ਦਿੱਤਾ ਹੋਇਆ ਸ਼ਰਾਧ ਸਾਡੇ ਪਿਤਰਾਂ ਨੂੰ ਪਹੁੰਚ ਗਿਆ। ਹਜੂਰ ਕਹਿੰਦੇ ਪਤਾ ਨਹੀਂ ਭਾਈ, ਉਹ ਕਲਪਦਾ ਹੋਇਆ ਸੇਵਾ ਤਾਂ ਜਿਉਂਦੇ ਦੀ ਕੀਤੀ ਨਹੀਂ, ਖੌਰੇ ਕਿੱਧਰ ਨੂੰ ਗਿਆ ਹੈ। ਜਿਵੇਂ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾ ਸਤਿਗੁਰੂ ਜੀ ਮਹਾਰਾਜ ਵਿਚਰ ਰਹੇ ਸੀ, ਤੇ ਇੱਕ ਥਾਂ ਤੇ ਬੜਾ ਮੇਲਾ ਲੱਗਿਆ। ਮਹਾਰਾਜ ਇਕੱਠ ਵੇਖ ਕੇ ਕਹਿੰਦੇ ਵਿਧੀਆ ਪੁੱਛ ਜਰਾ ਕੀ ਗੱਲ ਹੈ, ਇੱਥੇ ਇਕੱਠ ਕਿਉਂ ਇੰਨਾ। ਵਿਧੀ ਚੰਦ ਜੀ ਜਦੋਂ ਪੁੱਛ ਕੇ ਆਏ ਕਿ ਆ ਮਹਾਰਾਜ ਇੱਥੇ ਨਾ ਇਹ ਕਿਸੇ ਜਗ੍ਹਾ ਹੈ, ਕਿਸੇ ਵਡੇਰੇ ਦੀ ਇਹਨਾਂ ਦੀ, ਤੇ ਉਹ ਮਹਾਰਾਜ ਹਰ ਸਾਲ ਇਹ ਮੇਲਾ ਲਾਉਂਦੇ ਆ। ਮਹਾਰਾਜ ਕਹਿੰਦੇ ਜਿਹੜੇ ਮੋਹਤਬਾਰ ਇਕੱਠੇ ਕਰ ਲਿਆਂਦੇ, ਇਕੱਠੇ ਕਰਕੇ ਹਜੂਰ ਘੋੜੇ ਤੇ ਹੀ ਚੜੇ ਸੀ। ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਪਤਾ ਤੁਹਾਡਾ ਵੱਡਾ ਕਿੱਥੇ ਹੈ। ਪਹਿਲਾਂ ਤਾਂ ਮਹਾਰਾਜ ਪੁੱਛਿਆ ਕਿ ਇਹ ਜਗ੍ਹਾ ਕੀ, ਕਹਿੰਦੇ ਮਹਾਰਾਜ ਬੜੀ ਜਾਰੀ ਜਗ੍ਹਾ ਹੈ, ਜਿਹੜਾ ਕੋਈ ਮੰਨਤ ਮੰਨੇ ਝੱਟ ਪੂਰੀ ਹੋ ਜਾਂਦੀ। ਹਜੂਰ ਕਹਿੰਦੇ ਤੁਹਾਨੂੰ ਪਤਾ ਕਿੱਥੇ ਹੈ। ਨਾ ਮਹਾਰਾਜ ਸਾਨੂੰ ਪਤਾ ਤਾਂ ਨਹੀਂ। ਸਤਿਗੁਰੂ ਕਹਿੰਦੇ ਵੇਖਣਾ ਚਾਹੁੰਦਾ। ਕਹਿੰਦਾ ਹਾਂ ਮਹਾਰਾਜ ਦਿਖਾ ਦਿਓ ਤਾਂ ਇਦੋਂ ਕੀ ਚੰਗਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇਤਰ ਬੰਦ ਕਰ। ਹਜੂਰ ਆਪਣੇ ਕਰ ਕਮਲਾਂ ਵਿੱਚ ਜਿਹੜੀ ਛਟੀ ਪਕੜੀ ਹੋਈ ਸੀ ਸੀਸ ਤੇ ਰੱਖਤੀ। ਉਹਨੇ ਕੀ ਵੇਖਿਆ ਕਿ ਜਿਸ ਵੱਡੇ ਦੀ ਜਗ੍ਹਾ ਤੇ ਮੱਥੇ ਟੇਕ ਰਹੇ ਆ ਉਹ ਤਾਂ ਘੋਗੜ ਬਣਿਆ ਹੋਇਆ ਕਿਸੇ ਜਿਹੜਾ ਬਨੇਰੇ ਤੇ ਬੈਠਾ ਹੋਇਆ।
ਵੇਖ ਕੇ ਦੰਗ ਰਹਿ ਗਿਆ। ਸਤਿਗੁਰੂ ਜੀ ਕਹਿੰਦੇ ਕਿੰਨੀ ਕੁ ਜਾਰੀ ਜਗ੍ਹਾ, ਕਹਿੰਦਾ ਮਹਾਰਾਜ ਮਾਫ ਕਰ ਦਿਓ, ਪਤਾ ਹੀ ਨਹੀਂ ਸੀਗਾ ਸਾਨੂੰ ਤਾਂ। ਸੱਚੇ ਪਾਤਸ਼ਾਹ ਜੀ ਨੇ ਤੇ ਇਸ ਸਮੇਂ ਉਹਨਾਂ ਨੂੰ ਨਿਰੰਕਾਰ ਦੀ ਪੂਜਾ, ਵਾਹਿਗੁਰੂ ਦੀ ਪੂਜਾ ਕਰਨ ਵਾਸਤੇ ਪ੍ਰੇਰਨਾ ਕੀਤੀ। ਮਹਾਰਾਜ ਕਹਿੰਦੇ ਭਾਈ ਜੇ ਪਿੱਤਰੀ ਕਾਂ ਤੇ ਅੱਗੇ ਘੋਗੜ ਆਦਿਕ ਬਣੇ ਹੋਏ ਆ ਤਾਂ ਫਿਰ ਉਹਨਾਂ ਨੂੰ ਪਹੁੰਚ ਜਾਂਦਾ ਹੈ, ਕਿਉਂਕਿ ਕਾਂ ਕੁੱਤੇ ਹੀ ਖਾਂਦੇ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਵਿਖਾਵਾ ਹੀ ਹੈ। ਫਿਰ ਪਿੱਛੋਂ ਬਾਅਦ ਵਿੱਚੋਂ ਮਹਾਰਾਜ ਕਹਿੰਦੇ ਜਿਵੇਂ ਗਿਆ ਆਦਿਕ ਤੀਰਥਾਂ ਤੇ ਜਾ ਕੇ ਵੀ ਕਈ ਪਿੰਡ ਭਰਾਉਂਦੇ ਆ, ਇਹ ਸਭ ਮਨਮਤਾਂ ਹੀ ਆ। ਸਤਿਗੁਰੂ ਜੀ ਕਹਿੰਦੇ ਭਾਈ ਪਿੱਛੋਂ ਜੀਵ ਦੇ ਜਿਹੜਾ ਹਨ ਪਤਲਾ ਮਨਸਦੇ ਹਨ, ਬ੍ਰਾਹਮਣਾਂ ਨੂੰ ਸਰਾਧ ਖਵਾਉਂਦੇ, ਕਾਵਾਂ ਨੂੰ ਸੱਦੇ ਹੋ ਕਾਵ ਸੱਦੇ ਦਿੰਦੇ ਆ। ਨਾਨਕ ਮਨਮੁਖ ਅੰਧ ਪਿਆਰ। ਹਜੂਰ ਕਹਿੰਦੇ ਭਾਈ ਮਨਮੁਖਾਂ ਦਾ ਜਿਹੜੇ ਵਿਸ਼ੇ ਹੈ ਜੀਵ ਨੂੰ ਅੰਨ੍ਹਿਆਂ ਕਰਨ ਵਾਲੇ, ਉਹਨਾਂ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਪਿਆਰ ਹੈ। ਇਹ ਅੰਧਤਾਈ ਦਾ ਪਿਆਰ ਹੈ, ਕੋਈ ਗੁਰਮੁਖਤਾਈ ਵਾਲਾ ਪਿਆਰ ਥੋੜੋ। ਮਹਾਰਾਜ ਕਹਿੰਦੇ ਭਾਈ ਅੰਨੇ ਹੀ ਹੈ ਜੀਵ, ਤੇ ਅੰਨੇ ਫਿਰ ਸਾਧ ਸੰਗਤ ਜੀ ਕੀ ਦਿਸਦਾ, ਜਿੱਥੇ ਮਰਜੀ ਟੋਏ 'ਚ ਡਿੱਗਦੇ ਆ। ਮਹਾਰਾਜ ਕਹਿੰਦੇ ਭਾਈ ਇਉਂ ਵਿਸ਼ਿਆਂ ਵਿੱਚ ਹੀ ਉਹਨਾਂ ਦਾ ਜਿਹੜੇ ਅੰਨਿਆਂ ਕਰ ਦੇਣ ਵਾਲੇ ਆ, ਉਹਨਾਂ ਵਿੱਚ ਪਿਆਰ ਹੈ ਮਨਮੁਖਾਂ ਦਾ। ਬਾਜ ਗੁਰੂ ਡੁੱਬਾ ਸੰਸਾਰ। ਇਉਂ ਗੁਰੂ ਜੀ ਦੀ ਸਿੱਖਿਆ ਨਹੀਂ ਲੈਂਦੇ ਸਿੱਖੋ, ਜਿਸ ਕਰਕੇ ਕਿ ਭਲਾ ਹੋਵੇ, ਤੇ ਬਿਨਾਂ ਗੁਰੂ ਧਾਰਨ ਤੋਂ ਮਹਾਰਾਜ ਕਹਿੰਦੇ ਭਾਈ ਸਾਰਾ ਸੰਸਾਰ ਹੀ ਡੁੱਬ ਰਿਹਾ ਹੈ। ਗੁਰੂ ਸਾਹਿਬ ਦੀ ਸਿੱਖਿਆ ਜੇ ਵੇਖੀਏ ਤੇ ਬਹੁਤਾਤ ਕਿੱਥੇ ਨੌਜਵਾਨ ਸਤ ਸੰਗਤ ਕਰਦੇ ਆ, ਨਹੀਂ ਕਰਦੇ। ਬਾਹਰਲਿਆਂ ਦੇਸ਼ਾਂ ਵਿੱਚ ਵੀ ਵੇਖੀਏ ਤੇ ਬਜ਼ੁਰਗ ਹੀ ਵਿਚਾਰੇ ਆ ਕੇ ਬੈਠੇ ਹੁੰਦੇ ਆ, ਉਹ ਵੀ ਸਾਧ ਸੰਗਤ ਜੀ ਜੇ ਜ਼ਿੰਦਗੀ ਹੀ ਸਾਰੀ ਜਿਹੜੀ ਆ ਉਹ ਲੰਘੀ ਹੋਵੇ ਵਿਹਾਰਾਂ ਵਿੱਚ ਤੇ ਸੰਕਲਪਾਂ ਵਿੱਚ, ਉਹ ਵੀ ਉੱਥੇ ਆ ਕੇ ਗੱਲਾਂ ਹੀ ਕਰੀ ਜਾਂਦੇ, ਕਿੱਥੇ ਕਥਾ ਸੁਣਦੇ ਆ। ਐਸੀ ਹਾਲਤ ਹੈ। ਮਹਾਰਾਜ ਕਹਿੰਦੇ ਭਾਈ ਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਬਾਜ ਗੁਰੂ ਡੁੱਬਾ ਸੰਸਾਰ, ਸਾਰਾ ਸੰਸਾਰ ਹੀ ਇਸ ਮੋਹ ਦੇ ਅੰਦਰ, ਇਸ ਅਗਿਆਨ ਦੇ ਅੰਦਰ, ਇਸ ਵਿਸ਼ਿਆਂ ਦੇ ਅੰਦਰ ਡੁੱਬਦਾ ਜਾ ਰਿਹਾ ਏ। ਮਹਲਾ ਪਹਿਲਾ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਫਰਮਾਉਂਦੇ ਆ, 10 ਬਾਲਤਣ ਬੇਸ ਰਾਵਣ। ਸਾਧ ਸੰਗਤ ਜੀ ਇਹ 100 ਸਾਲ ਦੀ ਉਮਰ ਮਹਾਰਾਜ ਹੁਣ ਜੀਵ ਦੀ ਗਣਾਉਂਦੇ ਆ ਕਿ ਇਹ ਕਿਵੇਂ ਬਤੀਤ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਨੇ 10 ਬਾਲਤਣ, ਜਿਹੜੀ 10 ਸਾਲ ਹੈ ਨਾ ਉਮਰ, ਉਹ ਤਾਂ ਕਹਿੰਦੇ ਆ ਬਾਲਕ ਵੈ। ਜੇ ਕੋਈ ਗਲਤੀ ਵੀ ਕਰੇ ਤੇ ਕਹਿੰਦੇ ਕੋਈ ਗੱਲ ਨਹੀਂ। ਜੇ ਸਾਧ ਸੰਗਤ ਜੀ ਕੋਈ ਗੁਰਸਿੱਖ ਘਰਾਂ ਦੇ ਅੰਦਰ ਬੱਚਿਆਂ ਨੂੰ ਉਠਾਉਂਦੇ ਆ ਨਾ ਅੰਮ੍ਰਿਤ ਵੇਲੇ, ਤੇ ਉਹ ਕਈ ਇਹੋ ਜਿਹੇ ਆ ਜਾਂਦੇ, ਉਹ ਨਹੀਂ ਬੱਚੇ ਐ ਤੁਸੀਂ ਇਹਨਾਂ ਨੂੰ ਕਾਰਟੂਨ ਵੇਖਣ ਦਿਓ, ਐਵੇਂ ਅੰਮ੍ਰਿਤ ਵੇਲੇ ਉਠਾ ਲੈਂਦੇ ਆ, ਤੇ ਉਹਨਾਂ ਨੂੰ ਇੰਜੋਏ ਕਰਨ ਦਿਓ, ਫਿਲਮਾਂ ਵੇਖਣ ਦਿਓ। ਇਸ ਤਰ੍ਹਾਂ ਸਿੱਖਿਆ ਦੇ ਕੇ ਭੈੜੀ ਤੇ ਚਲੇ ਜਾਂਦੇ। ਤੇ ਜਿਹੜੇ ਸਾਧ ਸੰਗਤ ਜੀ ਫਿਰ ਇਉਂ, ਕਿਉਂਕਿ ਬਹੁਤਾਤ ਸਮਾਜ ਇਹੋ ਜਿਹਾ ਨਾ, ਤੇ ਬਾਹਰੋਂ ਲੋਕ ਸਿੱਖਿਆ ਦੇਣ ਵਾਲੇ ਉਹੋ ਜਿਹੇ ਆ, ਤੇ ਫਿਰ ਜੇ ਤੁਸੀਂ ਸੁਭਾਅ ਹੀ ਇਹੋ ਜਿਹਾ ਪਾਤਾ ਤੇ ਉਥੇ ਮਾਤਾ ਪਿਤਾ ਕੰਮਾਂ ਤੇ ਚਲੇ ਜਾਂਦੇ ਆ, ਤੇ ਬੱਚਿਆਂ ਨੇ ਫਿਰ ਮਗਰੋਂ ਸੁਖਮਨੀ ਸਾਹਿਬ ਤੇ ਨਹੀਂ ਨਾ ਪੜ੍ਹਨਾ। ਉਹ ਤਾਂ ਫਿਰ ਸਾਧ ਸੰਗਤ ਜੀ ਨੈਟ ਕੋਲ ਹੈ ਤੇ ਜੋ ਮਰਜ਼ੀ ਅਸ਼ਲੀਲ ਗੰਦ ਖੋਲ ਕੇ ਵੇਖਦੇ ਰਹਿੰਦੇ ਆ ਫਿਰ, ਤੇ ਜੀਵਨ ਉਹਨਾਂ ਦੇ ਕੈਸੇ ਹੋਣੇ ਆ। ਫਿਰ ਬਾਲਪਨ ਅਵਸਥਾ ਦੇ ਅੰਦਰ ਹੀ ਜਿਹੜਾ ਹੈ ਨਾ, ਇਸੇ ਕਰਕੇ ਆ ਮੀਡੀਏ ਦਾ ਯੁੱਗ ਕਰਕੇ ਨਾ, ਇਹ ਮਹਾਰਾਜ ਜੀ ਨੇ ਕਲਯੁੱਗ ਦੀ ਵੀ, ਗੁਰੂ ਅੰਗਦ ਸਾਹਿਬ ਜੀ ਦੇ ਵਾਕ ਹਨ, ਮਹਾਰਾਜ ਕਲਯੁੱਗ ਦੀਆਂ ਨਿਸ਼ਾਨੀਆਂ ਦਸੀਆਂ। ਜਿਹੜਾ ਸਾਧ ਸੰਗਤ ਜੀ ਅੱਜ ਤੋਂ 30-40 ਸਾਲ ਪਹਿਲਾਂ ਨਾ ਮੀਡੀਏ ਦੀ ਇੰਨੀ ਪ੍ਰਬਲਤਾ ਨਹੀਂ ਸੀਗੀ, ਤੇ ਤਕਰੀਬਨ 20-25 ਸਾਲ ਤੱਕ ਜਾ ਕੇ ਨੌਜਵਾਨ ਇਸ ਲੜਕੀਆਂ ਨੂੰ ਤੇ ਨੌਜਵਾਨ ਲੜਕਿਆਂ ਨੂੰ ਕੁਛ ਇਸ ਪ੍ਰਕਾਰ ਜਿਹੜਾ ਸੀ ਨਾ ਇਹ ਗਿਆਨ ਹੁੰਦਾ ਸੀਗਾ। ਆ ਕਰਕੇ ਜਦੋਂ 18 ਸਾਲ ਜਾਂ 20 ਸਾਲ ਦੀ ਉਮਰ ਹੋਵੇ, ਤੇ ਅੱਜ ਤੁਸੀਂ 5 ਸਾਲ ਦੇ ਬੱਚੇ ਨੂੰ ਜੋ ਮਰਜ਼ੀ ਪੁੱਛ ਲਓ, 5-10 ਸਾਲ ਦੇ ਬੱਚੇ ਨੂੰ ਸਭ ਪਤਾ ਹੈ। ਕਿਉਂ? ਕਿਉਂਕਿ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਗਲਤ ਤਰੀਕੇ ਨਾਲ ਸਿੱਖ ਲਿਆ ਹੈ। ਤੇ ਇਹ ਫਿਰ ਆਪਾਂ ਕਹਿੰਦੇ ਆ ਨਹੀਂ ਜੀ ਬੱਚਾ ਹੈ ਕੋਈ ਗੱਲ ਨਹੀਂ, ਉਹਦੀ ਕੀਤੀ ਗਲਤੀ ਨੂੰ ਇਹ ਫਿਰ ਵੱਡਿਆਂ ਹੋ ਕੇ ਸੰਸਕਾਰ ਪੈ ਰਹੇ ਆ। ਮਹਾਰਾਜ ਕਹਿੰਦੇ ਭਾਈ 10 ਸਾਲ ਜਿਹੜੇ ਹੈ ਤਾਂ ਉਹ ਤਾਂ ਬਾਲਕ ਅਵਸਥਾ ਦੇ ਅੰਦਰ ਖੀਰ ਪੀਏ ਖੈਲਾਈਏ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ ਹਜੂਰ ਨੇ ਕਿਹਾ, ਇਸ ਤਰ੍ਹਾਂ ਬੀਤ ਜਾਂਦੇ ਆ। 10 ਬਾਲਤਣ ਬੇਸ ਰਾਵਣ। ਤੇ ਸਾਧ ਸੰਗਤ ਜੀ 20 ਜਿਹੜੀ ਉਮਰ ਹੈ ਨਾ ਇਹ ਰਵਣ ਜਵਾਨੀ ਦੀ ਹੈ। ਇਹਦੇ ਅੰਦਰ ਫਿਰ ਸਾਧ ਸੰਗਤ ਜੀ ਕੀ ਹੈ ਕਿ ਸਾਰੇ ਸੁੱਖ ਰਵਣ ਮਾਣਦਾ ਹੈ। ਕਹਿੰਦੇ ਆ ਜਵਾਨੀ ਭੋਗਣ ਦਾ ਸਮਾਂ, ਹੁਣ ਤਾਂ ਮੌਜਾਂ ਲੁੱਟੀਏ। ਮਹਾਰਾਜ ਕਹਿੰਦੇ ਭਾਈ ਇਹ ਫਿਰ ਜਵਾਨੀ ਦੀ ਅਵਸਥਾ ਭਰ ਜਵਾਨੀ ਆ ਜਾਂਦੀ ਹੈ।
20 ਸਾਲ ਜਿਹੜੇ ਆ ਨਾ ਉਹ ਫਿਰ ਮਹਾਰਾਜ ਕਹਿੰਦੇ ਭਾਈ ਇਹ ਜਵਾਨ ਹੋ ਜਾਂਦਾ ਹੈ ਤੇ ਰਮਣ ਸੁਖਾਂ ਨੂੰ ਭੋਗਦਾ ਮਾਣਦਾ ਹੈ। ਤੀਸਾਂ ਕਾ ਸੁੰਦਰ ਕਹਾਵੇ ਤੇ 30 ਸਾਲ ਤੱਕ ਮਹਾਰਾਜ ਕਹਿੰਦੇ ਭਾਈ ਫਿਰ ਜਿੰਨੀ ਸੁੰਦਰਤਾ ਆਉਣੀ ਹੁੰਦੀ ਹੈ ਨਾ ਸਰੀਰ ਤੇ ਉਹ 30 ਸਾਲ ਤੱਕ ਆ ਜਾਂਦੀ। 30 ਸਾਲਾਂ ਦਾ ਫਿਰ ਅਤੀ ਸੁੰਦਰ ਕਹਾਉਂਦਾ ਹੈ। ਇਸ ਤੋਂ ਬਾਅਦ ਫਿਰ ਹੋਰ ਸੁੰਦਰਤਾ ਨਹੀਂ ਆਉਂਦੀ ਹੈ। ਮਹਾਰਾਜ ਕਹਿੰਦੇ 30 ਦਾ ਫਿਰ ਭਾਈ ਬਹੁਤ ਜਿਹੜਾ ਹੈ ਨਾ ਉਹ ਸੁੰਦਰ ਕਹਾਉਂਦਾ ਹੈ। 30 ਸਾਲਾਂ ਤੱਕ ਸਾਰੀ ਸੁਹੱਪਣ ਜਿਹੜਾ ਹੈ ਨਾ ਉਹ ਫਿਰ ਸਾਧ ਸੰਗਤ ਜੀ ਆ ਜਾਂਦਾ ਹੈ। ਜਦੋਂ ਸੁਹੱਪਣ ਆਉਂਦਾ ਪਹਿਲਾਂ ਜਦੋਂ ਜਵਾਨੀ ਹੁੰਦੀ ਹੈ 20 ਰਵਣ ਐਸਾ ਭੋਗਾਂ ਦੇ ਭੋਗਣ ਵਿੱਚ ਰਵਣ ਵਿੱਚ ਲੱਗਾ ਹੁੰਦਾ ਹੈ। ਤੇ ਕਈ ਤਾਂ ਸਾਧ ਸੰਗਤ ਜੀ ਸ਼ੀਸ਼ੇ ਮੂਹਰੇ ਖਲੋਤੇ ਰਹਿੰਦੇ ਆ, ਕਦੇ ਸਿੱਧਾ ਕਰਕੇ ਵੇਖਦਾ ਕਦੇ ਟੇਢਾ ਕਰਕੇ ਵੇਖਦਾ। ਕਈ ਤਾਂ ਪੱਗ ਨੂੰ ਹੀ ਬੰਨ੍ਹਦਿਆਂ ਹੋਇਆਂ ਕਈ ਘੰਟੇ ਲਾ ਦਿੰਦੇ ਆ। ਤੇ ਫਿਰ ਬਾਣੀ ਚ ਕਿਹਾ ਹੈ ਜਿਹ ਸਿਰ ਰਚ ਰਚ ਬੰਧ ਤਪਾਗ ਸੋ ਸਿਰ ਚੁੰਚ ਸਵਾਰ ਹੈ ਕਾਗ। ਉਹ ਤੇਰਾ ਜਿਹੜਾ ਸਿਰ ਹੈ ਨਾ ਜਿਹਦੇ ਤੇ ਤੂੰ ਭਾਵੇਂ ਕਿ ਇਹ ਉਹਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਹੁਣ ਕਿਤੇ ਪੱਗ ਹੀ ਨਹੀਂ ਬੰਨਣੀ ਚਾਹੀਦੀ, ਦਸਤਾਰ ਨਹੀਂ ਬੰਨਣੀ ਚਾਹੀਦੀ, ਕਿਉਂਕਿ ਟੇਢਾ ਅਸਰ ਵੀ ਕਈਆਂ ਨੇ ਗੁਰਬਾਣੀ ਦਾ ਕੱਢ ਲੈਣਾ ਹੁੰਦਾ ਹੈ। ਸਤਿਗੁਰੂ ਜੀ ਦੀ ਬਾਣੀ ਜੋ ਸਾਨੂੰ ਗਿਆਨ ਦਿੰਦੀ ਹੈ ਕਿ ਭਾਈ ਪੇਚ ਕੱਢ ਕੇ ਕਈ ਘੰਟੇ ਸਾਹਮਣੇ ਜਿਹੜੇ ਆ ਸ਼ੀਸ਼ੇ ਤੇ ਲਾ ਦੇਣੇ ਦਸਤਾਰ ਬੰਨਣ ਲੱਗਿਆਂ ਹੀ, ਤੇ 5 ਬਾਣੀਆਂ ਪੜਨ ਦਾ ਪਤਾ ਹੀ ਨਹੀਂ। ਜਪਜੀ ਸਾਹਿਬ ਪੜਨ ਲੱਗਿਆਂ ਭਾਵੇਂ 5 ਮਿੰਟ 'ਚ ਹੀ ਪੜ੍ਹ ਕੇ ਵਿਹਲਾ ਹੋ ਜਾਏ ਤੇ 45 ਮਿੰਟ ਪੱਗ ਬੰਨਣ ਨੂੰ ਹੀ ਲਾ ਦੇ। ਤੇ ਇਹ ਫਿਰ ਸਾਧ ਸੰਗਤ ਜੀ ਕਿੱਧਰ ਨੂੰ ਉਹਦਾ ਖਿਆਲ ਹੈ? ਜਵਾਨੀ ਦੇ ਭੋਗਾਂ ਦੇ ਵਿੱਚ ਹੀ ਫਸਿਆ ਹੋਇਆ ਨਾ। ਇਉਂ ਮਹਾਰਾਜ ਕਹਿੰਦੇ ਭਾਈ ਜਿੰਨੀ ਸੁੰਦਰਤਾ ਆਉਣੀ ਹੁੰਦੀ ਹੈ ਨਾ ਉਹ 30 ਸਾਲਾਂ ਤੱਕ ਬਥੇਰੇ ਢੰਗ ਕਰਕੇ ਸੁੰਦਰਤਾਈ ਦੇ ਵੇਖਦਾ। ਕਈ ਜਿਹੜੇ ਆ ਉਹ ਸਾਧ ਸੰਗਤ ਜੀ ਇਉਂ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਆ ਗੁਰੂ ਸਾਹਿਬ ਦੀ ਰਹਿਤ ਨੂੰ ਭੁਲਾ ਕਰਕੇ, ਕੋਈ ਸੁਰਮੇ ਪਾਉਂਦੇ ਆ, ਕੋਈ ਗਜਰੇ ਪਾਉਂਦੇ ਆ। ਜਿਹੜੇ ਆ ਸ਼ੌਂਕ ਇਹੋ ਜਿਹੇ ਚੱਲ ਪਏ ਕਿ ਨੌਜਵਾਨ ਕੁੜੀਆਂ ਵਰਗੇ ਲੱਗਣ ਲੱਗ ਪਏ, ਕੁੜੀਆਂ ਨੌਜਵਾਨਾਂ ਵਰਗੀਆਂ ਲੱਗਣ ਲੱਗ ਪਈਆਂ। ਇਹੋ ਜਿਹੀ ਹਾਲਤ ਹੋ ਗਈ। ਸਮਾਜ ਦਾ ਢਾਂਚਾ ਹੀ ਗਿਰਦਾ ਜਾ ਰਿਹਾ ਹੈ। ਕੱਪੜਿਆਂ ਦੇ ਪਾਉਣ ਦੇ ਢੰਗ ਉਹੋ ਜਿਹੇ ਹੁੰਦੇ ਜਾ ਰਹੇ ਹੈ। ਤੇ ਮਹਾਰਾਜ ਕਹਿੰਦੇ ਭਾਈ 30 ਦਾ ਸੁੰਦਰਤਾ ਆ ਜਾਂਦੀ ਹੈ ਸਾਰੀ। ਫਿਰ 40 ਸੇ ਪੁਰ ਹੋਏ ਮਹਾਰਾਜ ਕਹਿੰਦੇ ਭਾਈ ਜਦੋਂ 40 ਸਾਲ ਦੀ ਉਮਰ ਹੋ ਜਾਂਦੀ ਹੈ ਨਾ ਫਿਰ ਸਾਧ ਸੰਗਤ ਜੀ ਪੁਰ ਹੋ ਜਾਂਦਾ, ਭਾਵ ਪੂਰੀ ਹੋ ਜਾਂਦੀ ਹੈ। ਜਿੰਨਾ ਬਲ ਸਰੀਰ 'ਚ ਆਉਣਾ ਹੁੰਦਾ ਆ ਜਾਂਦਾ। ਇਹਦੋਂ ਵੱਧ ਫਿਰ 40 ਸਾਲ ਤੋਂ ਬਾਅਦ ਬਲ ਨਹੀਂ ਆਉਂਦਾ ਹੋਰ। ਜਿੰਨੀ ਅਕਲ ਆਉਣੀ ਹੁੰਦੀ ਹੈ 40 ਸਾਲ ਤੱਕ ਆ ਜਾਂਦੀ ਹੈ। ਜਿੰਨਾ ਸਰੀਰ ਨੇ ਵਧਣਾ ਹੁੰਦਾ ਉਹ 40 ਸਾਲ ਤੱਕ ਵੱਧ ਜਾਂਦਾ ਹੈ। ਇਹਦੋਂ ਅੱਗੇ ਫਿਰ ਮਹਾਰਾਜ ਕਹਿੰਦੇ ਵਧਣਾ ਨਹੀਂ ਹੈ, ਫਿਰ ਪੁਰ ਹੋ ਜਾਂਦਾ, ਪੂਰਾ ਹੋ ਜਾਂਦਾ। ਇਹ 40 ਸਾਲ ਦੀ ਉਮਰ ਹੈ। 50 ਪਗ ਖਿਸੈ ਜਿਹੜਾ 85 ਭਾਵ 50 ਪੰਜਾਬੀ ਵਿੱਚ 85 80 ਤੇ 5 85 ਨੂੰ ਵੀ ਕਹਿੰਦੇ, ਪਰ ਇੱਥੇ ਇਹ 50 ਹਿੰਦੀ ਵਿੱਚ ਜਿਵੇਂ ਕਹਿੰਦੇ ਆ ਨਾ 50 ਉਵੇਂ 85 50ਵਾਂ ਦਾ ਅਰਥ ਹੈ। ਜਦੋਂ 50 ਸਾਲ ਦੀ ਉਮਰ ਹੋ ਜਾਂਦੀ ਹੈ ਨਾ ਫਿਰ ਸਾਧ ਸੰਗਤ ਜੀ ਪੱਗ ਖਿਸੈ, ਫਿਰ ਥੱਲੇ ਨੂੰ ਤੁਰ ਪੈਂਦਾ ਹੈ, ਨਿਵਾਣ ਵੱਲ ਨੂੰ ਚੱਲ ਪੈਂਦਾ, ਫਿਰ ਘਟਣਾ ਸ਼ੁਰੂ ਹੋ ਜਾਂਦਾ ਹੈ। ਜਿੰਨਾ ਬਲ 40 ਸਾਲ ਤੱਕ ਆਉਣਾ ਸੀ ਆ ਗਿਆ। 50 ਸਾਲਾਂ ਤੱਕ ਫਿਰ ਸਾਧ ਸੰਗਤ ਜੀ ਪੱਗ ਖਿਸੈ। ਜਿਹੜੇ ਪੱਗ ਚਰਨ ਹਨ ਇਹ ਖਿਸਕਣ ਲੱਗ ਪੈਂਦੇ ਆ, ਲੜਖੜਾਉਣ ਲੱਗ ਪੈਂਦੇ ਆ। ਸੁਤੇ ਹੀ ਤਿਰਦੇ ਨੂੰ ਠੇਡਾ ਲੱਗ ਜਾਂਦਾ ਹੈ। ਫਿਰ ਪਤਾ ਲੱਗ ਜਾਂਦਾ ਹੈ ਕਿ ਹੁਣ ਭਾਈ ਉਮਰ 50 ਸਾਲਾਂ ਦੀ ਹੋ ਗਈ ਹੈ। ਤੇ ਪੈਰ ਆਪਣੇ ਪੈਰਾਂ 'ਚ ਹੀ ਪੈਰ ਫਸਾ ਕੇ ਡਿੱਗ ਪੈਂਦਾ ਹੈ। ਇਸ ਤਰ੍ਹਾਂ ਪੱਗ ਜਿਹੜਾ ਨਾ ਪੈਰ ਉਮਰਾਂ ਦਾ ਮਹਾਰਾਜ ਕਹਿੰਦੇ ਭਾਈ ਫਿਰ ਖਿਸਕਣ ਲੱਗ ਪੈਂਦਾ, ਭਾਵ ਢਲਣ ਲੱਗ ਪੈਂਦਾ ਹੈ। 60 ਕੇ ਬੁਢੇ ਪਾ ਆਵੇ ਜਦੋਂ 60 ਸਾਲ ਦੀ ਉਮਰ ਹੁੰਦੀ ਹੈ ਫਿਰ ਮਹਾਰਾਜ ਕਹਿੰਦੇ ਭਾਈ ਲੈ ਵੀ ਹੁਣ ਬੁਢੇਪਾ ਆ ਗਿਆ। ਉਹ ਕਹਿੰਦੇ ਬੁੱਢੇ ਹੋ ਗਏ। ਤੇ ਕਈ ਸਾਧ ਸੰਗਤ ਜੀ 60 ਸਾਲ ਦੀ ਉਮਰ ਤੱਕ ਵੀ ਮੰਨਦੇ ਨਹੀਂ। ਲਾ ਕੇ ਦਾੜੇ ਨੂੰ ਕਾਲਖ ਤੇ ਬਹੁਤ ਜ਼ਿਆਦਾ ਜਵਾਨੀ ਜਿਹੜਾ ਹੈ ਉਹਨੂੰ ਪ੍ਰਗਟ ਕਰਨ ਦਾ ਯਤਨ ਕਰਦੇ ਹੈ। ਪਰ ਮਹਾਰਾਜ ਕਹਿੰਦੇ ਭਾਈ ਨਾ, ਹੁਣ ਤਾਂ ਜਦੋਂ ਪੈਰ ਹੀ ਲੜਖੜਾਉਣ ਲੱਗ ਪਏ ਤੁਰਨ ਤੋਂ ਹੀ ਪਤਾ ਲੱਗ ਜਾਣਾ। ਗੋਡੇ ਜਦੋਂ ਬਾਹਰ ਨੂੰ ਨਿਕਲ ਗਏ ਫਿਰ ਕਿਹਨੇ ਕਹਿਣਾ? ਦਾੜੇ ਦਾ ਰੰਗ ਵੇਖ ਕੇ ਥੋੜਾ ਕੋਈ ਕਹੂਗਾ ਕਿ ਜਵਾਨ ਹੈ। ਮਹਾਰਾਜ ਕਹਿੰਦੇ ਨਾ, ਫਿਰ ਤਾਂ ਭਾਈ 60 ਕੇ ਬੁਢੇਪਾ ਆਵੇ। 60 ਸਾਲ ਦੀ ਉਮਰ ਵਿੱਚ ਫਿਰ ਬਿਰਧ ਅਵਸਥਾ ਆ ਜਾਂਦੀ ਆ। 70 ਕਾ ਮਤ ਹੈਣ ਜਦੋਂ 17 ਸਾਲਾਂ ਦਾ ਹੁੰਦਾ ਹੈ ਫਿਰ ਸਾਧ ਸੰਗਤ ਜੀ ਜਿੰਨੀ ਮਤ ਕੋਲ ਹੁੰਦੀ ਹੈ ਨਾ ਉਹ ਮਤ ਸਾਰੀ ਚਲੀ ਜਾਂਦੀ ਹੈ। ਮਤ ਤੋਂ ਹੀਣਾ ਹੋ ਜਾਂਦਾ ਹੈ, ਮਤ ਸਾਰੀ ਮਾਰੀ ਜਾਂਦੀ ਹੈ। ਇਸ ਉਮਰ ਦੇ ਵਿੱਚ ਆ ਕਰਕੇ ਨਾ ਥੋੜੇ ਸਪੀਕਰ ਚੀਕ ਮਾਰਦੇ, ਠੀਕ ਕਰ ਦਿਓ।
ਤੇ ਇਸ 70 ਸਾਲ ਦੀ ਉਮਰ ਵਿੱਚ ਆ ਕਰਕੇ ਬੱਚਿਆਂ ਵਾਲੀਆਂ ਹਰਕਤਾਂ ਕਈ ਬਜ਼ੁਰਗ ਕਰਨ ਲੱਗ ਪੈਂਦੇ ਆ। ਮੱਤ ਇੰਨੀ ਮਾਰੀ ਜਾਂਦੀ ਹੈ, ਬੱਚਿਆਂ ਵਾਂਗ ਘਰ ਵਿੱਚ ਸਾਧ ਸੰਗਤ ਜੀ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜਾਈਆਂ ਕਰਨ ਲੱਗ ਪੈਂਦੇ। ਇਹੋ ਜੀ ਹਾਲਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ 70 ਕਾ ਮਤਹੀਣ, ਜਦੋਂ 70 ਸਾਲ ਦੀ ਉਮਰ ਹੁੰਦੀ ਹੈ ਉਦੋਂ ਮਤ ਤੋਂ ਹੀਣਾ ਹੋ ਜਾਂਦਾ ਏ। ਅਸੀਹਾਂ ਕਾ ਵਿਵਹਾਰ ਨਾ ਪਾਵੇ। ਜਦੋਂ 80 ਸਾਲ ਦੀ ਉਮਰ ਹੁੰਦੀ ਸਾਧ ਸੰਗਤ ਜੀ ਫਿਰ ਵਿਹਾਰ ਨਹੀਂ ਕਰ ਸਕਦਾ ਹੈ। ਵਿਹਾਰ ਨਹੀਂ, ਇਹਦੇ ਕੋਲ ਹੱਥੀਂ ਕੰਮ ਨਹੀਂ ਹੁੰਦਾ ਹੈ। ਫਿਰ ਤਾਂ ਕੋਈ ਕਦੇ ਕੁਰਸੀ ਢਾ ਦਿੰਦੇ ਹੈ, 2 ਪੈਰ ਖੂੰਡੀ ਨਾਲ ਤੁਰ ਲੈਂਦਾ ਹੈ ਤੇ ਆਪਦੀ ਕਿਰਿਆ ਆਦਿਕ ਇੰਨੀ ਕੁ ਸੋਧ ਲੈਂਦਾ ਹੈ, ਪਰ ਵਿਹਾਰ ਨਹੀਂ ਕੋਈ ਕਰ ਸਕਦਾ। ਜਿਵੇਂ ਅੱਗੇ ਦੌੜ ਦੌੜ ਕੇ ਕੰਮ ਕਰਦਾ ਸੀ ਨਾ, ਤੇ ਉਵੇਂ ਹੁਣ ਕੰਮ ਨਹੀਂ ਹੁੰਦਾ। 80 ਸਾਲ ਦੀ ਉਮਰ ਵਿੱਚ ਵਿਹਾਰ ਨਹੀਂ, ਕੋਈ ਕੰਮ ਨਹੀਂ ਕਰ ਪਾਉਂਦਾ ਏ। ਨਵੈ ਕਾ ਸਹਿਜਾਸਣੇ। ਜਦੋਂ 90 ਸਾਲ ਦੀ ਉਮਰ ਹੋ ਜਾਂਦੀ ਹੈ ਨਾ, ਫਿਰ ਸਹਿਜਾਸਣੀ, ਫਿਰ ਸੇਜਾ ਦੇ ਉੱਤੇ ਆਸਣੀ, ਭਾਵ ਸੇਜਾ ਤੇ ਹੀ ਆਸਣ ਲਾ ਬੈਂਦਾ, ਫਿਰ ਉੱਠਿਆ ਹੀ ਨਹੀਂ ਜਾਂਦਾ। ਫਿਰ ਤਾਂ ਉੱਥੇ ਹੀ ਕਿਰਿਆ ਵੀ ਉੱਥੇ ਹੀ ਨਿਕਲ ਜਾਂਦੀ ਹੈ। ਫਿਰ ਇਹੋ ਜੀ ਬੁਰੀ ਹਾਲਤ ਹੁੰਦੀ, ਆਪਦੀ ਕਿਰਿਆ ਵੀ ਨਹੀਂ ਸੋਧੀ ਜਾਂਦੀ। ਫਿਰ ਕੋਈ ਪਾਣੀ ਮੂੰਹ 'ਚ ਪਾ ਦੇ ਤਾਂ ਪੀ ਸਕਦਾ, ਨਹੀਂ ਤਾਂ ਪਾਣੀ ਵੀ ਨਹੀਂ ਪੀਤਾ ਜਾਂਦਾ। ਕੋਲ ਪਿਆ ਹੋਇਆ ਜਲ ਵੀ ਹੱਥੋਂ ਡੁੱਲ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਫਿਰ ਤਾਂ ਸੇਜਾ ਦੇ ਉੱਤੇ ਹੀ ਆਸਣ ਲਾ ਕਰਕੇ ਪੈ ਜਾਂਦਾ ਜਦੋਂ 90 ਸਾਲ ਦੀ ਉਮਰ ਹੁੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਹੈ ਜਿਨ੍ਹਾਂ ਦਾ ਸਰੀਰ ਵਿੱਚ ਮੋਹ ਪਿਆ ਹੋਇਆ, ਤੇ ਕਈ ਗੁਰਮੁਖ ਇਹੋ ਜਿਹੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ। ਸਾਧ ਸੰਗਤ ਜੀ 90 ਸਾਲ 100 ਸਾਲ ਦੀ ਉਮਰ ਤੱਕ ਵੀ ਆਪਣੀ ਕਿਰਿਆ ਨੂੰ ਆਪ ਸੋਧ ਕੇ ਆਪ ਇਸ਼ਨਾਨ ਕਰਕੇ ਉਹਨਾਂ ਨੇ ਸਰੀਰ ਤਿਆਗਿਆ। ਇਹੋ ਜੀ ਮਹਾਰਾਜ ਦੀ ਕਿਰਪਾ ਵਰਤਦੀ ਹੈ ਸਰੀਰਾਂ ਤੇ ਉਹਨਾਂ ਦੇ। ਇਹ ਪ੍ਰਤੱਖ ਸ਼ਬਦ ਦੀ ਕਰਾਮਾਤ ਨਹੀਂ ਤੇ ਹੋਰ ਕੀ ਹੈ। ਤੇ ਨਹੀਂ ਤਾਂ ਸਰੀਰ ਦੀ ਹਾਲਤ ਮਹਾਰਾਜ ਕਲਯੁਗ ਵਿੱਚ ਜੀਆਂ ਦੀ ਦਿਖਾਈ ਹੈ। ਮਹਾਰਾਜ ਕਹਿੰਦੇ 90 ਸਾਲ ਦਾ ਫਿਰ ਉਹਦਾ ਡੇੜੀ 'ਚ ਹੀ ਮੰਜਾ ਢਾ ਛੱਡਦੇ ਆ ਕਿ ਇੱਥੇ ਬੈਠਾ ਨਾਲੇ ਕੁੱਤੇ ਹਟਾਉਂਦਾ ਰਹੂਗਾ, ਸੇਜਾ ਤੇ ਹੀ ਲੰਮੇ ਪਿਆ ਰਹਿੰਦਾ। ਉੱਥੇ ਹੀ ਮਹਾਰਾਜ ਕਹਿੰਦੇ ਭਾਈ ਕਿਰਿਆ ਵੀ ਵਿੱਚੇ ਨਿਕਲਦੀ, ਮੱਖੀਆਂ ਤੰਗ ਕਰਦੀਆਂ, ਬੋ ਆਉਂਦੀ, ਬੁਰੀ ਹਾਲਤ ਹੁੰਦੀ ਆ। ਮੂਲ ਨਾ ਜਾਣੈ ਆਪ ਬਲ। ਮੂਲੋਂ ਹੀ ਫਿਰ ਮਹਾਰਾਜ ਕਹਿੰਦੇ ਭਾਈ ਆਪਣੇ ਬਲ ਨੂੰ ਫਿਰ ਜਾਣਦਾ ਨਹੀਂ, ਭੁੱਲ ਜਾਂਦੀਆਂ ਉਹ ਸਾਰੀਆਂ ਚੀਜ਼ਾਂ। ਕਿੱਥੇ ਕਹਿੰਦਾ ਮੇਰੀਆਂ ਬਾਹਾਂ ਵਿੱਚ ਬੜਾ ਜ਼ੋਰ ਹੈ, ਉਹ ਫਿਰ ਬਲ ਭੁੱਲ ਹੀ ਜਾਂਦਾ, ਉਹ ਫਿਰ ਬਲ ਉਹਦੇ ਵਿੱਚ ਰਹਿੰਦਾ ਨਹੀਂ। ਮਹਾਰਾਜ ਕਹਿੰਦੇ ਮੂਲੋਂ ਹੀ ਭਾਈ ਆਪਣੇ ਬਲ ਨੂੰ ਫਿਰ ਨਹੀਂ ਜਾਣ ਪਾਉਂਦਾ ਹੈ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਇਸੇ ਪ੍ਰਕਾਰ ਹੀ ਮੂਲ ਨਾ ਜਾਣੈ ਆਪ ਬਲ। ਮਹਾਰਾਜ ਕਹਿੰਦੇ ਭਾਈ ਆਪਣੇ ਮੂਲ ਨੂੰ ਨਹੀਂ ਵੇਖਦਾ ਕਿ ਮੇਰਾ ਮੂਲ ਕੀ ਹੈ, ਕਿ ਹੱਡੀਆਂ ਨੇ, ਚੰਮ ਹੈ, ਮਾਸ ਹੈ, ਲਹੂ ਹੈ। ਇਹ ਵੇਖਦਾ ਨਹੀਂ ਕਿ ਇਹ ਸਰੀਰ ਦਾ ਮੂਲ ਕੀ ਹੈ। ਤੇ ਇਸ ਪ੍ਰਕਾਰ ਆਪਣੇ ਬਲ ਦੀਆਂ ਹੀ ਗੱਲਾਂ ਕਰਦਾ ਰਹਿੰਦਾ ਹੈ ਕਿ ਜਵਾਨੀ ਵਿੱਚ ਮੈਂ ਬੜੀ ਕਬੱਡੀ ਖੇਡਦਾ ਹੁੰਦਾ ਸੀ। ਇਹ ਨਹੀਂ ਕਿ ਹੁਣ ਨਾਮ ਜਪ ਲੈ, ਮਰਨ ਦਾ ਸਮਾਂ ਤੇਰਾ ਆ ਗਿਆ। ਜਵਾਨੀ ਦੀਆਂ ਗੱਲਾਂ ਦੱਸੀ ਜਾਂਦੇ ਕਈ ਬਜ਼ੁਰਗ ਆਸਣ ਤੇ ਪਏ ਹੋਏ, ਮੈਂ ਉਹ ਖੇਡਦਾ ਹੁੰਦਾ ਸੀ, ਮੈਂ ਉਹ ਘਿਓ ਪੀ ਜਾਂਦਾ ਹੁੰਦਾ ਸੀ। ਬੜੀਆਂ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਆ, ਜਪਜੀ ਸਾਹਿਬ ਨਹੀਂ ਪੜ੍ਹਦੇ। ਫਿਰ ਮਹਾਰਾਜ ਕਹਿੰਦੇ ਹਨ ਇਸੇ ਪ੍ਰਕਾਰ ਹੀ ਮੂਲ ਨਾ ਜਾਣੈ ਆਪ ਬਲ। ਮਹਾਰਾਜ ਕਹਿੰਦੇ ਮੂਲ ਆਪਣਾ ਮੁੱਢ ਕੀ ਹੈ? ਆਪਣਾ ਮੁੱਢ ਹੈ ਪਰਮੇਸ਼ਰ। ਆਪਣੇ ਮੁੱਢ ਪਰਮੇਸ਼ਰ ਨੂੰ ਫਿਰ ਵੀ ਨਹੀਂ ਜਾਣਦਾ। ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਭਈ, ਤਉ ਨ ਹਰ ਰਸ ਲੀਨ। ਤਾਂ ਵੀ ਆਪਣੇ ਮੂਲ ਦੀ ਪਛਾਣ ਨਹੀਂ ਕਰ ਰਿਹਾ। ਉੱਥੇ ਪਿਆ ਹੋਇਆ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਆਪਣੇ ਬਲ ਦੀਆਂ ਹੀ ਗੱਲਾਂ ਕਰਦਾ ਰਹਿੰਦਾ ਹੈ। ਇਸ ਪ੍ਰਕਾਰ ਆਪਣੇ ਮੂਲ ਨੂੰ ਨਹੀਂ ਬੁੱਝਦਾ ਹੈ। ਹਜੂਰ ਕਹਿੰਦੇ ਢੰਡੋਲਮ ਖੋਜਿਆ ਹੈ, ਤੇ ਇਸ ਪ੍ਰਕਾਰ ਢੂੰਡ ਭਾਵ ਲੱਭਿਆ ਹੈ। ਮਹਾਰਾਜ ਕਹਿੰਦੇ ਖੋਜ ਖੋਜ ਕੇ ਲੱਭ ਕੇ ਅਸੀਂ ਸਾਰੇ ਜਗਤ ਨੂੰ ਵੇਖ ਲਿਆ ਏ। ਨਾਨਕ ਜਗ ਧੂਏ ਕਾ ਧਵਲ ਹਰ। ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਸਾਰਾ ਜਿਹੜਾ ਜਗਤ ਵੈ ਨਾ, ਇਹ ਧੂਏ ਦਾ ਹੀ ਧਵਲ ਹਰ, ਧੂਏ ਦਾ ਹੀ ਮਕਾਨ ਹੈ। ਧਵਲ ਹਰ ਮਕਾਨ ਨੂੰ ਕਹਿੰਦੇ, ਪੱਕਾ ਮਕਾਨ, ਮਹਿਲ ਜਿਹੜਾ ਹੁੰਦਾ ਨਾ। ਮਹਾਰਾਜ ਕਹਿੰਦੇ ਪਰ ਦਿਸਦਾ ਰਿਹਾ ਪਰ ਹੈ ਨਹੀਂ ਗਾਏ। ਇਸ ਤਰ੍ਹਾਂ ਹਜੂਰ ਕਹਿੰਦੇ ਅਸੀਂ ਆਪ ਗੁਰੂ ਨਾਨਕ ਸਾਹਿਬ ਦੇ ਸ਼੍ਰੀ ਮੁਖ ਵਾਕ ਹਨ, ਟੰਡੋਲਮ ਢੂੰਡਮ ਡਿਠ ਮੈਂ। ਹਜੂਰ ਕਹਿੰਦੇ ਢੂੰਡ ਢੂੰਡ ਕੇ, ਖੋਜ ਖੋਜ ਕੇ ਅਸੀਂ ਲੱਭਿਆ ਹੈ। ਤੇ ਕੀ ਵੇਖਿਆ ਹੈ? ਨਾਨਕ ਜਗ ਧੂਏ ਕਾ ਧਵਲ ਹਰ।
ਇਹ ਧੂਏ ਦਾ ਬਣਿਆ ਹੋਇਆ ਧਵਲਹਰ ਮਕਾਨ ਪ੍ਰਤੀਤ ਹੋ ਰਿਹਾ ਹੈ। ਮਹਾਰਾਜ ਕਹਿੰਦੇ ਜਗ ਧੂਏ ਕਾ ਪਹਾੜ ਤੇ ਸਾਚਾ ਮੰਨਿਆ ਕਿਹ ਵਿਚਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਐਸੀ ਹਾਲਤ ਹੈ। ਤੇ ਇਹ ਸਾਧ ਸੰਗਤ ਜੀ ਇਸ ਪ੍ਰਕਾਰ ਸਾਖੀ ਪ੍ਰਮਾਣ ਦੇ ਅੰਦਰ ਜੀਵ ਦੀ ਉਮਰ ਦਾ ਜ਼ਿਕਰ ਇਸ ਪ੍ਰਕਾਰ ਇੱਕ ਸਾਖੀ ਆਉਂਦੀ ਹੈ। ਉਹ ਕਈ ਕਿਸੇ ਕਿਸੇ ਢੰਗ ਨਾਲ ਸੁਣਾਉਂਦੇ ਆ, ਜਿਵੇਂ ਗੁਰੂ ਘਰ ਦੇ ਅੰਦਰ ਉਹਦਾ ਜ਼ਿਕਰ ਕੀਤਾ ਜਾਂਦਾ। ਮੈਂ ਥੋੜਾ ਜ਼ਿਕਰ ਕਰਕੇ ਫਿਰ ਪੌੜੀ ਦੇ ਅਰਥ ਕਰਕੇ ਆਪਾਂ ਸਮਾਪਤੀ ਕਰਾਂਗੇ। ਜਿਹੜਾ 40 ਸੀ ਪੁਰ ਹੋਏ, ਜਦੋਂ 40 ਸਾਲ ਦੀ ਉਮਰ ਹੁੰਦੀ ਹੈ ਨਾ, ਅਸਲ ਵਿੱਚ ਕਹਿੰਦੇ ਮਨੁੱਖ ਦੀ ਉਮਰ 40 ਸਾਲ ਹੀ ਸੀਗੀ। ਇਹ ਪੂਰੀ ਹੋ ਜਾਂਦੀ ਹੈ ਉਮਰ। ਕਹਿੰਦੇ ਵਾਹਿਗੁਰੂ ਜੀ ਜਿਸ ਸਮੇਂ ਉਮਰਾਂ ਨੂੰ ਵੰਡ ਰਹੇ ਸਨ ਤੇ ਮਨੁੱਖ ਨੂੰ 40 ਸਾਲ ਉਮਰ ਦਿੱਤੀ। ਕਹਿੰਦਾ ਮਹਾਰਾਜ ਇਹ ਤਾਂ ਬਹੁਤ ਥੋੜੀ ਹੈ, ਮੈਂ ਇੰਨੀ ਉਮਰ ਨਾਲ ਕੀ ਕਰਾਂਗਾ, ਬੜੀ ਥੋੜੀ ਉਮਰ ਹੈ। ਫਿਰ ਕਹਿੰਦੇ ਬੈਲ ਨੂੰ ਜਿਹੜੇ ਸੀ ਉਹ ਦੇਣ ਲੱਗੇ 40 ਸਾਲ। ਤੇ ਬੈਲ ਕਹਿੰਦਾ ਮਹਾਰਾਜ ਮੇਰਾ ਕੰਮ ਕੀ ਹੋਊਗਾ। ਕਹਿੰਦੇ ਤੂੰ ਵਗਣਾ, ਹੋਰ ਕੀ ਹੈ, ਚਾਰਾ ਖਾਣਾ ਤੇ ਤੈਨੂੰ ਹਲ ਵਾਇਆ ਕਰਨਗੇ ਲੋਕ। ਕਹਿੰਦਾ ਮਹਾਰਾਜ 40 ਸਾਲ ਤਾਂ ਬਹੁਤ ਜ਼ਿਆਦਾ ਹੈ, ਮੈਂ ਕਿੱਥੇ ਵਗਦਾ ਰਹੂੰਗਾ, ਚਾਰਾ ਖਾਂਦਾ ਰਹੂੰਗਾ। ਤੇ ਜਿਹੜਾ ਹੈ ਫਿਰ ਉੱਠਦਿਆਂ ਬਹਿੰਦਿਆਂ ਬਿਠਾਉਣ ਲੱਗਿਆਂ ਵੀ ਡਾਂਗ ਮਾਰਦੇ ਆ, ਠਾਉਣ ਲੱਗਿਆਂ ਵੀ ਡਾਂਗ ਮਾਰਦੇ, ਇੰਨਾ ਨਰਾਦਰ ਕਰਦੇ ਆ। ਸਾਧ ਸੰਗਤ ਜੀ ਉਠਤ ਬੈਠਤ ਠੇਂਗਾ ਪਰ ਹੈ, ਤਬਕਤ ਮੂੰਡ ਲਗਾਈ ਹੈ। ਐਸੀ ਹਾਲਤ ਜਿਹੜੀ ਫਿਰ ਹੁੰਦੀ ਹੈ। ਤੇ ਫਿਰ ਉਹ ਕਹਿੰਦਾ ਵੀ ਤੈਨੂੰ ਕਿੰਨੇ ਕੁ ਮਹਾਰਾਜ 20 ਸਾਲ ਕਹਿੰਦਾ ਬੜੇ ਹੈ। ਤੇ ਮਨੁੱਖ ਲਾਗੇ ਕਹਿੰਦਾ ਮਹਾਰਾਜ 20 ਸਾਲ ਫਿਰ ਇਹ ਮੈਨੂੰ ਦਿਓ। ਕਹਿਣ ਲੱਗੇ ਚੰਗਾ ਵੀ ਤੂੰ ਲੈ ਲੈ, ਤੇਰੀ ਮਰਜ਼ੀ। ਫਿਰ ਸਾਧ ਸੰਗਤ ਜੀ ਉਹ ਖੋਤੇ ਨੂੰ ਉਮਰ ਦੇਣ ਲੱਗੇ। ਤੇ ਉਹ ਕਹਿੰਦਾ ਮਹਾਰਾਜ ਕਹਿੰਦੇ ਤੇਰੀ 40 ਸਾਲ ਉਮਰ ਹੈ। ਉਹ ਕਹਿਣ ਲੱਗਾ ਮਹਾਰਾਜ ਮੇਰਾ ਕੰਮ ਕੀ ਹੋਊਗਾ। ਕਹਿੰਦਾ ਤਾਂ ਭਾਰ ਢੋਇਆ ਕਰਨਾ, ਹੋਰ ਕੀ ਕਰਨਾ। ਤੇ ਭਾਰ ਤੇਰੇ ਤੇ ਲੱਦਿਆ ਕਰਨਗੇ, ਛਟਾਂ ਲੱਦ ਲੱਦ ਕੇ ਸਾਰਾ ਦਿਨ ਤੈਨੂੰ ਇਸ ਪ੍ਰਕਾਰ ਜਿਹੜਾ ਸ਼ਾਮ ਨੂੰ ਚਾਰਾ ਮਿਲਿਆ ਕਰੇਗਾ। ਤੇ ਇਸ ਪ੍ਰਕਾਰ ਤੇਰੀ ਹਾਲਤ ਹੋਊਗੀ, ਸਵਾਹ 'ਚ ਲਿਟਿਆ ਕਰੇਗਾ, ਗੰਦਗੀ ਨਾਲ ਪ੍ਰੇਮ ਹੋਏਗਾ। ਕਹਿੰਦਾ ਮਹਾਰਾਜ ਇੰਨੀ ਉਮਰ ਤਾਂ ਬਹੁਤ ਜ਼ਿਆਦਾ, ਇਹ ਥੋੜੀ ਘੱਟ ਕਰੋ, 20 ਸਾਲ ਬੜੀ ਹੈ ਮੈਨੂੰ। ਤੇ ਉਹ ਕਹਿੰਦੇ ਆ ਵੀ 20 ਸਾਲ ਗਧੇ ਨੂੰ ਦਿੱਤੀ ਤੇ ਉਹ ਜਿਹੜੀ 20 ਸਾਲ ਬਚੀ ਸੀ ਇਹ ਮਨੁੱਖ ਕਹਿੰਦਾ ਮਹਾਰਾਜ ਇਹ ਵੀ ਮੈਨੂੰ ਦਿਓ। ਇਹ ਫਿਰ ਉਹ ਵੀ 20 ਸਾਲ ਜਿਹੜੇ ਇਹਨੇ ਲੈ ਲਏ। ਇਹ ਸਾਧ ਸੰਗਤ ਜੀ ਇਸ ਪ੍ਰਕਾਰ ਬਾਕੀ ਦੇ 20 ਸਾਲ ਅੱਗੇ ਹੋਰ ਰਹਿ ਗਏ, ਇੱਥੇ ਤੱਕ 80 ਸਾਲ ਦੀ ਉਮਰ ਹੋ ਗਈ। ਤੇ ਫਿਰ ਸਾਧ ਸੰਗਤ ਜੀ ਜਿਹੜਾ ਕੁੱਤਾ ਸੀ ਨਾ, ਉਹਦੀ ਉਮਰ 20 ਸਾਲ ਜਦੋਂ ਮਹਾਰਾਜ ਦਿੱਤੀ ਵੀ ਲੈ ਵੀ ਤੇਰੀ ਉਮਰ 20 ਸਾਲ ਹੈ। ਕਹਿੰਦਾ ਮਹਾਰਾਜ ਮੇਰਾ ਕੰਮ ਕੀ ਹੋਣਾ। ਕਹਿੰਦੇ ਭੌਂਕਣਾ ਤੂੰ, ਤੇ ਤੈਨੂੰ ਜਦੋਂ ਮਾਲਕ ਟੁੱਕੜ ਪਾਵੇ ਉਦੋਂ ਹੀ ਮਿਲੂਗਾ। ਕਹਿੰਦਾ ਮਹਾਰਾਜ 20 ਸਾਲ ਤਾਂ ਬਹੁਤ ਜ਼ਿਆਦਾ ਹੈ, ਥੋੜੀ ਘੱਟ ਕਰੋ, 10 ਬੜੀ ਹੈ। ਕਹਿੰਦੇ 10 ਸਾਲ ਜਿਹੜਾ ਮਨੁੱਖ ਸੀ ਉਹ ਕਹਿੰਦਾ ਮਹਾਰਾਜ ਇਹ 10 ਸਾਲ ਮੈਨੂੰ ਦਿਓ। ਮਹਾਰਾਜ ਨੇ ਕਹਿੰਦੇ ਲੈ ਵੀ ਤੂੰ ਲੈ ਲੈ ਇਹ 10 ਸਾਲ ਵੀ। ਤੇ ਫਿਰ ਸਾਧ ਸੰਗਤ ਜੀ ਉੱਲੂ ਦੀ ਵਾਰੀ ਆਈ। ਉੱਲੂ ਨੂੰ ਦੱਸਿਆ ਵੀ ਤੇਰੀ ਉਮਰ 20 ਸਾਲ ਹੈ। ਕਹਿਣ ਲੱਗਾ ਮਹਾਰਾਜ ਮੈਂ ਕੀ ਕਰਨਾ ਹੋਵੇਗਾ। ਕਹਿੰਦੇ ਸੂਰਜ ਦੇ ਮੱਥੇ ਨਹੀਂ ਤੂੰ ਲੱਗ ਸਕੇਗਾ, ਚੜ੍ਹਦਾ ਸੂਰਜ ਤੈਨੂੰ ਹਨੇਰਾ ਹੀ ਜਾਪੇਗਾ, ਰਾਤ ਨੂੰ ਤੁਰਿਆ ਫਿਰੇਗਾ ਤੇ ਲੁੱਕ ਕੇ ਰਿਹਾ ਕਰੇਗਾ, ਉਜਾੜ ਭਾਲਿਆ ਕਰੇਗਾ, ਇਸ ਤਰ੍ਹਾਂ ਦੀ ਤੇਰੀ ਹਾਲਤ ਹੋਊਗੀ। ਕਹਿਣ ਲੱਗਾ ਮਹਾਰਾਜ 20 ਜ਼ਿਆਦੇ ਹੈ ਤੇ ਘੱਟ ਕਰੋ, 10 ਬੜੀ ਹੈ, ਮੈਂ ਦੁੱਖ ਭੋਗਣਾ ਇੰਨੀ ਉਮਰ। ਤੇ 10 ਜਿਹੜੇ ਸੀ ਉੱਲੂ ਦੇ ਵੱਧ ਗਏ। ਤੇ ਮਨੁੱਖ ਕਹਿੰਦਾ ਮਹਾਰਾਜ ਇਹ ਵੀ ਮੈਨੂੰ ਦਿਓ। ਤੇ ਉਹ ਫਿਰ ਸਾਧ ਸੰਗਤ ਜੀ ਇਹਨੂੰ ਉਮਰਾਂ ਦੇ ਭੋਗਣ ਦਾ ਲਾਲਚ ਸੀ ਨਾ, ਤੇ 10 ਸਾਲ ਵੀ ਉਹ ਉੱਲੂ ਦੀ ਉਮਰ ਲੈ ਕੇ ਤੇ ਫਿਰ ਇਸ ਨੇ ਪੂਰੀ ਕੀਤੀ ਹੈ, 100 ਸਾਲ ਦੀ ਉਮਰ ਹੋ ਗਈ। ਅਸਲ ਵਿੱਚ ਮਨੁੱਖਾਂ ਵਾਲੀ ਜਿਹੜੀ ਉਮਰ ਹੈ ਨਾ ਉਹ 40 ਸਾਲ ਤੱਕ ਹੀ ਜਿਉਂਦਾ ਹੈ। ਫਿਰ ਜਿਹੜੀ 50 ਸਾਲ ਦੀ ਉਮਰ ਹੈ ਨਾ ਸਾਧ ਸੰਗਤ ਜੀ, ਵਾਹਿਗੁਰੂ 40 ਸਾਲ ਤੋਂ 60 ਸਾਲ ਤੱਕ ਜਿਹੜੇ 20 ਸਾਲ ਇਹ ਹੈ, ਇਹ ਫਿਰ ਬੈਲ ਵਾਂਗੂ ਵਗਦਾ ਤਗੜਾ ਹੋ ਕੇ। ਜਿਹੜੀ ਚੀਜ਼ ਬੜਾ ਬੜਾ ਦੌੜ ਦੌੜ ਕੇ ਕੰਮ ਕਰਦਾ ਹੈ, ਮੇਰੇ ਬੱਚੇ ਮੇਰੀਆਂ ਧੀਆਂ ਇਹਨਾਂ ਨੂੰ ਮੈਂ ਆਹ ਡਾਕਟਰੀ ਕਰਾਉਣੀ, ਮੈਂ ਆਹ ਪੜ੍ਹਾਉਣਾ। ਤੇ ਸਾਧ ਸੰਗਤ ਜੀ 60 ਸਾਲ ਦੀ ਉਮਰ ਤੱਕ ਸਰੀਰ ਵੀ ਸਮਰੱਥਾ, ਜਿਵੇਂ ਮਾਰੇ ਕਿਹਾ 60 ਕੇ ਬੁਢੇਪਾ ਆਵੇ ਫਿਰ ਵੀ ਬੜਾ ਉਤਸ਼ਾਹ ਕਰਦਾ ਹੈ, ਰਾਤਾਂ ਨੂੰ ਜਾਗਦਾ ਹੈ, ਟੋਕਰੀ ਢਾਉਂਦਾ ਹੈ, ਸੌਦਾਗਰੀ ਕਰਦਾ ਹੈ, ਨੌਕਰੀ ਕਰਦਾ ਹੈ, ਬੈਲ ਵਾਂਗੂ ਵਗਦਾ ਹੈ। ਤੇ ਜਦੋਂ ਫਿਰ ਉਹ ਰਿਟਾਇਰ ਹੋ ਜਾਂਦਾ ਨਾ ਨੌਕਰੀ ਕਰਨੋਂ ਵੀ, ਤੇ ਫਿਰ ਘਰ ਦੇ ਲਿਹਾਜ਼ ਨਹੀਂ ਕਰਦੇ, ਸਰੀਰ ਦੀ ਸਮਰੱਥਾ ਤਾਂ ਰਹਿੰਦੀ ਨਹੀਂ, ਫਿਰ ਖੋਤੇ ਵਾਂਗੂ ਵਾਹੁਣ ਲੱਗ ਪੈਂਦੇ ਉਹਨੂੰ। ਫਿਰ ਸਾਧ ਸੰਗਤ ਜੀ ਉਹ ਨੂੰਹਾਂ ਕਹਿੰਦੀਆਂ ਪਾਪਾ ਜੀ ਸਬਜ਼ੀ ਲਿਆ ਦਿਓ, ਪਾਪਾ ਜੀ ਬੱਚਿਆਂ ਨੂੰ ਛੱਡ ਆਓ, ਬੱਚਿਆਂ ਨੂੰ ਲੈ ਆਓ, ਆਹ ਕਰ ਦਿਓ। ਸਾਰਾ ਦਿਨ ਖੋਤੇ ਵਾਂਗੂ ਭਾਰ ਢੋਂਦਾ, ਕਦੇ ਬਾਹਰ ਕਦੇ ਅੰਦਰ, ਕਦੇ ਬਾਹਰ ਕਦੇ ਅੰਦਰ। ਉਹਦਾ ਫਿਰ ਵੀ ਲਿਹਾਜ਼ ਨਹੀਂ ਕਰਦੇ। ਇਹ ਕਿਉਂਕਿ ਉਮਰ ਲਈ ਹੁਣ ਆਪ ਮੰਗ ਕੇ ਖੋਤੇ ਵਾਲੀ,
ਤੇ ਫਿਰ 20 ਸਾਲ ਸਾਧ ਸੰਗਤ ਜੀ ਖੋਤੇ ਵਾਂਗੂ ਵਗਦਾ ਹੈ। ਤੇ ਜਦੋਂ ਰਹਿ ਜਾਂਦਾ ਹੈ ਨਾ, ਫਿਰ ਕੰਮ ਕਰਨ ਤੋਂ, ਕੋਈ ਚੀਜ਼ ਚੱਕਣ ਤੋਂ ਹੱਥ ਪੈਰ ਵੀ ਕੰਬਣ ਲੱਗ ਪੈਂਦੇ ਆ, ਕਿਉਂਕਿ ਸਿਰ ਕੰਪਿਓ ਪੱਗ ਡਗਮਗੇ, ਅੱਖਾਂ ਚੋਂ ਨੀਰ ਵਗਣ ਲੱਗ ਪੈਂਦਾ, ਹੱਥ ਪੈਰ ਹਿੱਲਣ ਲੱਗ ਪੈਂਦੇ ਆ। ਤੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਕੁੱਤੇ ਵਾਲੀ 10 ਸਾਲ ਦੀ ਉਮਰ ਆ ਜਾਂਦੀ ਹੈ ਤੇ ਟੌਂ ਟੌਂ ਕਰਦਾ, ਕਦੇ ਕਿਸੇ ਨੂੰ ਝਿੜਕਦਾ, ਕਦੇ ਕਿਸੇ ਨੂੰ ਮਾਰਦਾ, ਐਵੇਂ ਪੋਤੇ ਪੋਤੀਆਂ ਨੂੰ ਝਿੜਕੇ ਜਾਂਦਾ, ਕਿਸੇ ਦੀ ਗਲ 'ਚ ਖੁੰਡੀ ਪਾ ਕੇ ਖਿੱਚਦਾ, ਕੁਛ ਕਰਦਾ, ਐਵੇਂ ਬਿਨਾਂ ਵਜ੍ਹਾ ਤੋਂ ਦਖਲ ਦੇਈ ਜਾਂਦਾ ਘਰ ਦੇ ਕੰਮਾਂ 'ਚ। ਨਾ ਕੋਈ ਉਹਨੂੰ ਪੁੱਛਦਾ ਨਹੀਂ, ਗਿੱਛਦਾ ਨਹੀਂ, ਤਾਂ ਵੀ ਹਰ ਗੱਲ 'ਚ ਸਲਾਹ, ਹਰ ਗੱਲ 'ਚ ਲੜਾਈ ਪਾਉਂਦਾ ਹੈ। ਇਹ ਕੁੱਤੇ ਦੀ ਉਮਰ ਹੈ 10 ਸਾਲ ਦੀ। ਫਿਰ ਉਹ ਸਾਧ ਸੰਗਤ ਜੀ ਇਹ ਟੌਂ ਟੌਂ ਕਰਨ ਦੀ। ਤੇ ਫਿਰ ਜਦੋਂ ਜਿਹੜੇ 90 ਤੋਂ ਫਿਰ 100 ਸਾਲ, ਇਹ 10 ਸਾਲ ਉਮਰ ਹੈ ਨਾ, ਇਹ ਫਿਰ ਬੋਲਣੋਂ ਵੀ ਰਹਿ ਜਾਂਦਾ ਹੈ। ਫਿਰ ਸਾਧ ਸੰਗਤ ਜੀ ਉੱਲੂ ਦੇ 10 ਸਾਲ ਆਉਂਦੇ ਆ, ਜਿਹੜਾ ਮਹਾਰਾਜ ਕਿਹਾ ਕਿ ਭਾਈ ਫਿਰ ਇਹੋ ਜੀ ਹਾਲਤ ਹੁੰਦੀ ਹੈ ਕਿ ਸੇਜਾ ਸਣੀ ਸੇਜਾ ਤੇ ਬੈਠਾ ਨਾ, ਉੱਲੂ ਵਾਂਗੂ ਝਾਕਦਾ ਰਹਿੰਦਾ ਆਲੇ ਦੁਆਲੇ, ਇਉਂ ਬੋਲਿਆ ਤਾਂ ਜਾਂਦਾ ਨਹੀਂ, ਸੁਣਨੋਂ ਵੀ ਰਹਿ ਜਾਂਦਾ ਹੈ, ਤੇ ਕਿਸੇ ਦੀ ਆਵਾਜ਼ ਨਹੀਂ ਸੁਣਦੀ, ਗੱਲ ਨਹੀਂ ਸੁਣਦੀ। ਤੇ ਜਦੋਂ ਵੇਖਦਾ ਉੱਲੂ ਵਾਂਗੂ ਵੇਖਦਾ, ਝੌਲਾ ਜਿਹਾ ਪੈਂਦਾ, ਪਛਾਣ ਆਉਂਦੀ ਨਹੀਂ, ਤੇ ਉੱਲੂ ਵਾਂਗੂ 10 ਸਾਲ ਵੇਖਦਾ ਵੇਖਦਾ ਫਿਰ ਮਹਾਰਾਜ ਕਹਿੰਦੇ ਭਾਈ ਇਹ 10ਵਾਂ ਦੱਦਾ ਹੁਆ ਸਵਾਹ। ਫਿਰ ਮਹਾਰਾਜ ਕਹਿੰਦੇ ਭਾਈ ਸੜ ਜਾਂਦਾ, ਲੱਕੜਾਂ 'ਚ ਪਾ ਕੇ ਫੂਕ ਦਿੰਦੇ ਆ। ਐਸੀ ਹਾਲਤ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵ ਦੀ ਉਮਰਾਂ ਗਣਾਈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ। ਤੇ ਹਜੂਰ ਨੇ ਕਿਹਾ ਵੀ ਅਸੀਂ ਢੂੰਡ ਢੂੰਡ ਕੇ ਲੱਭ ਕੇ ਵੇਖ ਲਿਆ ਹੈ। ਜੇ ਸਾਧ ਸੰਗਤ ਜੀ ਗੁਰਬਾਣੀ ਦਾ ਸ਼ਬਦ ਸੁਣ ਕੇ ਮਨ ਜਾਗ ਪਵੇ ਨਾ, ਤੇ ਬਜ਼ੁਰਗ ਬੜਾ ਕੁਝ ਕੌਮ ਦਾ ਸਵਾਰ ਸਕਦੇ, ਜਿਹੜੇ ਘਰ ਦੇ ਮੋਹ ਦੀ ਦਲਦਲ 'ਚ ਫਸੇ ਰਹਿੰਦੇ ਆ। ਬਹੁਤ ਕੁਛ ਕੌਮ ਦੀ ਸੇਵਾ ਕਰ ਸਕਦੇ ਆ, ਧਰਮ ਦੇ ਮੂਜਬ ਸੇਵਾ ਕਰ ਸਕਦੇ ਆ, ਪਰ ਮੱਤ ਮਾਰੀ ਹੋਈ ਮੋਹ 'ਚ ਆਪਣੇ ਪੋਤੇ ਪੋਤੀਆਂ ਦਾ ਹੀ ਸੋਚਦੇ ਰਹਿੰਦੇ ਆ। ਤੇ ਉਹ ਵੀ ਫਿਰ ਹਾਲਤ ਚੰਗੀ ਬੁਰੀ ਕਰਦੇ ਆ, ਅਖੀਰ ਤੱਕ ਉੱਲੂ ਵਾਂਗੂ ਚੰਗਾ ਫਿਰ ਘਸਾਉਂਦੇ ਆ। ਇਹੋ ਜੀ ਹਾਲਤ ਹੁੰਦੀ। ਮਹਾਰਾਜ ਕਹਿੰਦੇ ਭਾਈ ਉਮਰਾਂ ਫਿਰ ਸਾਰੀ ਬਾਕੀ ਜਾਨਵਰਾਂ ਵਾਲੀ ਹੀ ਇਹਨੂੰ ਭੋਗਣੀ ਪੈਂਦੀ ਹੈ। ਆਪਣੀ ਉਮਰ ਤਾਂ ਇਹਦੀ 40 ਸਾਲ ਹੀ ਹੈ। ਹਜੂਰ ਕਹਿੰਦੇ ਭਾਈ ਜੱਗ ਸਾਰਾ ਧੂਮੇ ਦਾ ਹੀ ਇਸ ਪ੍ਰਕਾਰ ਬਣਿਆ ਹੋਇਆ ਧਵਲ ਹਰ ਮਕਾਨ ਹੈ। ਤੇ ਇਹਨੂੰ ਤੂੰ ਸੋਚਦਾ ਕਿ ਬੜੀਆਂ ਸਾਡੀਆਂ 2 ਕੋਠੀਆਂ, ਸਾਡੇ ਇੰਨੇ ਮਕਾਨ ਹੈ। ਤੇ ਕਈ ਬਾਹਰਲੇ ਦੇਸ਼ਾਂ 'ਚੋਂ ਦੱਸਦੇ ਹੁੰਦੇ ਆ ਕਿ ਸਾਨੂੰ ਤਾਂ ਜੀ ਕੰਮ ਕਰਨ ਦੀ ਲੋੜ ਨਹੀਂ, ਬਾਕੀ ਘਰਾਂ ਦਾ ਰੈਂਟ ਆਈ ਜਾਂਦਾ, ਮੌਜ ਲਈਦੀ ਹੈ। ਮੌਜ ਕੀ ਲਈਦੀ ਹੈ? ਗਮਾਂ 'ਚ ਮਾਰੇ ਝੋਰਿਆਂ 'ਚ ਝੁਰਦੇ ਰਹਿੰਦੇ ਆ। ਮੌਜ ਤਾਂ ਉਹਨੂੰ ਹੀ ਹੈ ਸਾਧ ਸੰਗਤ ਜੀ ਜਿਹੜਾ ਗੁਰੂ ਜੀ ਦੇ ਸ਼ਬਦ ਨਾਲ ਜੁੜ ਗਿਆ ਏ। ਪੌੜੇ ਹਜੂਰ ਪੌੜੀ ਉਚਾਰਦੇ ਹਨ। ਇਹ ਪੌੜੀਆਂ ਸਾਰੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਨੇ। ਤੂੰ ਕਰਤਾ ਪੁਰਖ ਅਗੰਮ ਹੈ। ਹਜੂਰ ਕਹਿੰਦੇ ਹੈ ਵਾਹਿਗੁਰੂ ਤੂੰ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਫਿਰ ਪੁਰਖ ਵਿਆਪਕ ਹੈ ਸਾਰਿਆਂ ਦੇ ਅੰਦਰ। ਤੇ ਮਹਾਰਾਜ ਮਨ ਦੀ ਪਹੁੰਚ ਤੋਂ ਪਰੇ ਹੈ। ਆਪ ਸ੍ਰਸ਼ਟ ਉਪਾਤੇ, ਆਪ ਮਹਾਰਾਜ ਸਾਰੀ ਸ੍ਰਿਸ਼ਟੀ ਨੂੰ ਤੂੰ ਉਪਾਤੀ ਪੈਦਾ ਕੀਤਾ ਏ। ਰੰਗ ਪਰੰਗ ਉਪਾਰਜਨਾ, ਫਿਰ ਇਹ ਸ੍ਰਿਸ਼ਟੀ ਕੈਸੀ ਪੈਦਾ ਕੀਤੀ ਹੈ? ਸਾਧ ਸੰਗਤ ਜੀ ਜਿਹੜੇ ਹਨ ਰੰਗਾਂ ਰੰਗਾਂ ਦੇ, ਵੇਖੋ ਤੋਤੇ ਹਰੇ ਰੰਗ ਦੇ ਸਾਰੇ ਬਣਾਏ ਹੋਏ, ਕਾਂ ਕਾਲੇ ਰੰਗ ਦੇ ਸਾਰੇ ਬਣਾਏ ਆ, ਤਿੱਤਰ ਮਿਸ਼ਰਤ ਪਰੰਗ ਜਿਹੜੇ ਮਿਸ਼ਰਤ ਰੰਗਾਂ ਦੇ ਬਣਾਏ ਆ। ਰੰਗ ਬੇਰੰਗ ਦੀ ਸ੍ਰਿਸ਼ਟੀ ਜਿਹੜੀ ਹੈ ਮਹਾਰਾਜ ਇਹ ਤੂੰ ਪੈਦਾ ਕੀਤੀ ਹੈ। ਬਹੁ ਬਹੁ ਬੇਦ ਭਾਂਤੇ, ਤੇ ਬਹੁਤ ਬਹੁਤ ਤਰ੍ਹਾਂ ਨਾਲ, ਭਾਂਤੀ ਤਰੀਕਿਆਂ ਦੇ ਨਾਲ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਮਹਾਰਾਜ ਸੱਚੇ ਪਾਤਸ਼ਾਹ ਇਹ ਤੁਸੀਂ ਇਹੋ ਜਿਹੀ ਸ੍ਰਿਸ਼ਟੀ ਜਿਹੜੀ ਹੈ ਨਾ ਰੰਗਾਂ ਰੰਗਾਂ ਦੀ, ਬਹੁਤ ਤਰ੍ਹਾਂ ਤਰ੍ਹਾਂ ਦੀ ਮਹਾਰਾਜ ਬਣਾਈ ਹੈ। ਹੁਣ ਜੇ ਘੋੜਿਆਂ ਦੀ ਨਸਲ ਹੀ ਵੇਖੀਏ ਤੇ ਕਿੰਨੇ ਕਿੰਨੀ ਨਸਲ ਦੇ ਘੋੜੇ ਆ ਅੱਗੇ ਤੋਂ ਅੱਗੇ। ਤੇ ਫਿਰ ਸਾਧ ਸੰਗਤ ਜੀ ਜੇ ਮਨੁੱਖ ਦੀ ਜਾਤੀ ਵੇਖੀਏ ਤੇ ਕਿੰਨੇ ਮਨੁੱਖਾਂ ਦੀਆਂ ਜਾਤੀਆਂ ਵੀ ਗਿਣੀਆਂ ਨਹੀਂ ਜਾਂਦੀਆਂ। ਤੇ ਇਉਂ ਇਹ ਜਿਹੜੀ ਹੈ ਮਹਾਰਾਜ ਆਪ ਨੇ ਜਿਹੜੀ ਇਹ ਸ੍ਰਿਸ਼ਟੀ ਬੜੀ ਰੰਗਾਂ ਦੀ ਬੇਰੰਗਾਂ ਦੀ ਮਹਾਰਾਜ ਬਣਾਉਣਾ ਕੀਤੀ। ਇਸੇ ਪ੍ਰਕਾਰ ਹੀ ਰੰਗ ਪਰੰਗ ਉਪਾਰਜਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਨੇ ਇਹ ਸ੍ਰਿਸ਼ਟੀ ਨੂੰ ਜਿਹੜਾ ਪੈਦਾ ਕੀਤਾ ਹੈ ਨਾ, ਇਹ ਮਹਾਰਾਜ ਜਿਹੜੀ ਤਿੰਨਾਂ ਗੁਣਾਂ ਦਾ ਮਹਾਰਾਜ ਰੰਗ ਪਾ ਕਰਕੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਈਆਂ ਦੇ ਅੰਦਰ ਜਿਹੜੇ ਆ ਸਾਧ ਸੰਗਤ ਜੀ ਇਹ ਮਿਸ਼ਰਤ ਹੁੰਦੇ ਆ 3 ਗੁਣ, ਤੇ ਕਈਆਂ 'ਚ 1 ਗੁਣ ਜਿਹੜਾ ਉਹ ਜ਼ਿਆਦਾ ਹੁੰਦਾ, 2 ਘੱਟ ਹੁੰਦੇ ਆ। ਇਵੇਂ ਮਹਾਰਾਜ ਕਈਆਂ ਦੇ ਅੰਦਰ ਆਪ ਨੇ ਜਿਹੜੇ ਆ ਉਹ
ਤਿੰਨ ਗੁਣ ਜਿਹੜੇ ਮਾਇਆ ਦੇ ਪ੍ਰਬਲ ਕੀਤੇ ਐ, ਕਈਆਂ ਚ ਮਿਸ਼ਰਤ ਕੀਤੇ ਐ। ਇਹ ਰੰਗਾਂ ਬੇਰੰਗਾਂ ਦੀ ਮਹਾਰਾਜ ਸ੍ਰਿਸ਼ਟੀ ਆਪ ਨੇ ਬਣਾਈ ਐ। ਬਹੁ ਬੇਦ ਭਾਂਤੇ ਬਹੁਤ ਬਹੁਤ ਤਰੀਕਿਆਂ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੇ ਖੇਲ ਦਿਖਾ ਦਿੱਤਾ ਹੈ ਇਹ ਮਾਇਆ ਨੂੰ ਰਚ ਕਰਕੇ। ਤੂੰ ਜਾਣ ਹੈ ਜਿਨ ਉਪਾਈਐ ਮਹਾਰਾਜ ਤੂੰ ਆਪ ਹੀ ਜਾਣਦਾ ਹੈ ਜਿਸ ਨੇ ਇਹ ਪੈਦਾ ਕੀਤੀ ਹੈ, ਕਿਵੇਂ ਕਰ ਦਿੱਤੀ ਹੈ। ਸਾਇੰਸ ਵਾਲੇ ਸਾਧ ਸੰਗਤ ਜੀ ਬੜੇ ਯਤਨ ਕਰਦੇ ਆ ਜਾਣਨ ਦਾ, ਪਰ ਇਸ ਸਾਰੇ ਭੇਦ ਨੂੰ ਮਹਾਰਾਜ ਤੋਂ ਬਿਨਾਂ ਨਹੀਂ ਕੋਈ ਜਾਣ ਸਕਦਾ। ਮਹਾਰਾਜ ਤੂੰ ਆਪ ਹੀ ਜਾਣਦਾ ਜਿਸ ਨੇ ਪੈਦਾ ਕੀਤੀ ਹੈ ਕਿ ਕਿਸ ਤਰ੍ਹਾਂ ਕਿਹੜੇ ਸੰਚੇ ਚ ਮਹਾਰਾਜ ਇਹ ਸਭ ਕੁਝ ਘੜ ਦਿੱਤਾ ਏ। ਸਭ ਖੇਲ ਤੁਮਾਤੇ ਮਹਾਰਾਜ ਇਹ ਸਾਰਾ ਤੇਰਾ ਹੀ ਖੇਲ ਵੈ, ਇਹ ਤੂੰ ਸਾਰਾ ਖੇਲ ਹੀ ਬਣਾਇਆ ਹੋਇਆ ਹੈ। ਤੁਮ ਮਾਤੀ ਮਹਾਰਾਜ ਸੱਚੇ ਪਾਤਸ਼ਾਹ ਤੁਮ ਤੁਮਾ ਤੀ, ਇਹ ਤੁਮਾ ਮਹਾਰਾਜ ਤੂੰ ਤੇਰੀ ਬਣਾਈ ਹੋਈ ਤੀ ਜਿਹੜੀ ਇਸਤਰੀ ਹੈ ਨਾ ਕਿਹੜੀ ਹੈ, ਉਹ ਮਾਇਆ। ਇਹ ਮਾਇਆ ਦਾ ਹੀ ਖੇਲ ਹੈ ਸਾਰਾ। ਤੇ ਜਦੋਂ ਮਾਇਆ ਦਾ ਪਰਦਾ ਹਟ ਜਾਂਦਾ ਹੈ ਭਗਤਾਂ ਨੂੰ ਵਾਹਿਗੁਰੂ ਦਾ ਸਰੂਪ ਦਿਸ ਪੈਂਦਾ ਹੈ। ਮਹਾਰਾਜ ਇਹ ਤੇਰੀ ਤੁਮਾ ਤੀ ਤੁਹਾਡੀ ਬਣਾਈ ਹੋਈ ਜਿਹੜੀ ਤੀ ਮਾਇਆ ਇਸਤਰੀ ਹੈ ਉਹਨੇ ਖੇਲ ਇਹ ਸਾਰਾ ਕੀਤਾ ਏ। ਇੱਕ ਆਵਹਿ ਇੱਕ ਜਾਹੇ ਉਠ, ਇੱਕ ਆਉਂਦੇ ਆ ਜਨਮ ਲੈ ਕਰਕੇ ਮਰ ਕੇ ਉੱਠ ਕਰਕੇ ਚਲੇ ਜਾਂਦੇ ਆ ਵਾਹਿਗੁਰੂ ਦੇ ਨਾਮ ਤੋਂ ਬਿਨਾ। ਬਿਨ ਨਾਵੈ ਮਰ ਜਾਤੇ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਭਾਈ ਸਾਰੇ ਮਰਦੇ ਹੀ ਜਾਂਦੇ ਆ, ਕੋਈ ਅਮਰਾ ਪਦਵੀ ਨੂੰ ਨਹੀਂ ਪਹੁੰਚਦਾ ਹੈ। ਜਿਉਂਦੇ ਵੀ ਮਰੇ ਹੀ ਹੁੰਦੇ ਆ, ਕਿਉਂਕਿ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਜਿਉਂਦਾ ਹੁੰਦਾ ਹੀ ਨਹੀਂ, ਲੋਥਾਂ ਹੀ ਤੁਰੀਆਂ ਫਿਰਦੀਆਂ। ਤੇ ਆਉਂਦੇ ਆ ਜਨਮ ਲੈ ਕੇ ਮਰ ਕੇ ਉੱਠ ਕੇ ਉੱਥੋਂ ਚਲੇ ਜਾਂਦੇ ਆ। ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਐਸੀ ਹਾਲਤ ਹੁੰਦੀ ਹੈ ਜੰਮਣ ਮਰਨ ਨਹੀਂ ਸਿਰੋਂ ਲੈਂਦਾ। ਗੁਰਮੁਖ ਰੰਗ ਚਲੋ ਲਿਆ, ਧੰਨ ਹਨ ਗੁਰਮੁਖ ਜਿਨ੍ਹਾਂ ਦੇ ਉੱਤੇ ਮੁਖੀ ਗੁਰੂ ਜੀ ਨੇ ਕਿਰਪਾ ਕੀਤੀ ਹੈ। ਉਹਨਾਂ ਨੂੰ ਪਿਆਰ ਦਾ ਰੰਗ ਜਿਹੜਾ ਚੂ ਚੂਆ ਨਾ ਸਾਧ ਸੰਗਤ ਜੀ ਉਹ ਚੜਿਆ ਹੈ। ਰੰਗ ਹਰ ਰੰਗ ਰਾਤੇ ਹਰੀ ਦੇ ਪਿਆਰ ਰੰਗ ਦੇ ਅੰਦਰ ਸਾਧ ਸੰਗਤ ਜੀ ਉਹਨਾਂ ਦੀ ਬਿਰਤੀ ਜਿਹੜੀ ਹੈ ਨਾ ਉਹ ਰੱਤੀ ਗਈ ਹੈ। ਪਿਆਰ ਦਾ ਰੰਗ ਚੜ ਗਿਆ, ਆਉਣਾ ਸਫਲਾ ਹੋ ਗਿਆ ਜਨਮ ਲੈਣਾ। ਸੋ ਸੇਵਾ ਹੋ ਸਤ ਨਿਰੰਜਨ ਮਹਾਰਾਜ ਕਹਿੰਦੇ ਭਾਈ ਨਿਰੰਜਨੋ ਜਿਸ ਦੇ ਅੰਦਰ ਮਾਇਆ ਦੀ ਅੰਜਨ ਕਾਲਖ ਨਹੀਂ ਹੈ ਨਾ, ਉਸ ਸਤ ਸਰੂਪ ਨੂੰ ਹੈ ਗੁਰਸਿੱਖੋ ਸੇਵਨਾ ਕਰੋ। ਹਰ ਪੁਰਖ ਵਿਧਾਤੇ ਉਹ ਹਰੀ ਵਿਆਪਕ ਹੈ ਤੇ ਫਲ ਵਰਦਾਤਾ ਵਿਧਾਤੀ, ਜੀਆਂ ਦੇ ਕਰਮਾਂ ਦੇ ਫਲ ਦੇਣ ਵਾਲਾ ਹੈ। ਤੂੰ ਆਪੇ ਆਪ ਸੁਜਾਨ ਹੈ ਮਹਾਰਾਜ ਤੂੰ ਆਪਣੇ ਆਪ ਤੋਂ ਆਪ ਹੈ, ਸੁਜਾਨ ਅੰਤਰਜਾਮੀ ਹੈ, ਸਭ ਦੇ ਅੰਦਰ ਦੀ ਜਾਣਦਾ ਹੈ। ਵਡ ਪੁਰਖ ਵਡਾਤੇ ਮਹਾਰਾਜ ਵੱਡਾ ਪੁਰਖ ਹੈ ਤੇ ਜਿਹੜੇ ਵੱਡੇ ਆ ਉਹ ਵੀ ਮਹਾਰਾਜ ਆਪ ਨੂੰ ਵਡਾਤੀ ਵੱਡਾ ਹੀ ਕਹਿੰਦੇ ਆ ਕਿ ਤੁਹਾਡੇ ਤੋਂ ਬਿਨਾ ਹੋਰ ਕੋਈ ਉੱਚਾ ਤੇ ਵੱਡਾ ਨਹੀਂ ਹੈ। ਜੋ ਮਨ ਚੇਤ ਤੋਦ ਧਿਆਇਂਦੇ ਮੇਰੇ ਸੱਚਿਆ, ਇਹ ਮੇਰੇ ਸੱਚੇ ਵਾਹਿਗੁਰੂ ਸਦਾ ਰਹਿਣ ਵਾਲੇ, ਇਹ ਪਰਮੇਸ਼ਰ ਜਿਹੜੇ ਮਨ ਕਰਕੇ ਚਿੱਤ ਦੀ ਬਿਰਤੀ ਕਰਕੇ ਇਕਾਗਰਤਾ ਨਾਲ ਪ੍ਰੇਮ ਲਾ ਕਰਕੇ ਮਹਾਰਾਜ ਆਪ ਨੂੰ ਧਿਆਉਂਦੇ ਆ। ਬਲ ਬਲ ਹਾਂ ਤਿੰਨ ਜਾਤੇ ਉਹਨਾਂ ਤੋਂ ਮਹਾਰਾਜ ਅਸੀਂ ਬਲਹਾਰ ਜਾਣੇ ਆ, ਮਨ ਕਰਕੇ ਬਲਹਾਰ ਜਾਣੇ ਆ, ਸਰੀਰ ਕਰਕੇ ਬਲਹਾਰ ਜਾਣੇ ਆ, ਬਾਣੀ ਕਰਕੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਸੱਚੇ ਵਾਹਿਗੁਰੂ ਜਿਹੜੇ ਮਨ ਦੀ ਪ੍ਰੀਤ ਨਾਲ ਇੱਕ ਚਿੱਤ ਲਾ ਕਰਕੇ ਇੱਕ ਮਨ ਲਾ ਕਰਕੇ ਆਪ ਜੀ ਨੂੰ ਧਿਆਉਂਦੇ ਆ, ਅਸੀਂ ਉਹਨਾਂ ਤੋਂ ਬਲਹਾਰ ਜਾਣੇ ਆ, ਕੁਰਬਾਨ ਜਾਣੇ ਆ। ਸਾਧ ਸੰਗਤ ਜੀ ਵਾਹਿਗੁਰੂ ਦੀ ਯਾਦ ਕਿੱਡੀ ਮਹਾਨ ਹੈ, ਪਰਮੇਸ਼ਰ ਦਾ ਨਾਮ ਜਪਣਾ ਕਿੱਡਾ ਉੱਤਮ ਕਰਮ ਹੈ। ਇਹ ਸਾਰਾ ਹੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ। ਨਹੀਂ ਤਾਂ ਸਤਿਗੁਰਾਂ ਜੀ ਨੇ ਵੇਖ ਲਓ ਨਾਮ ਤੋਂ ਬਿਨਾਂ ਹਾਲਤ ਦਿਖਾਈ ਹੈ, ਸਰੀਰ ਦੀ ਮੋਹ ਦੀ ਅਵਸਥਾ ਦੱਸੀ ਹੈ, ਸਰੀਰ ਦੇ ਉੱਤੇ ਉਮਰਾ ਕਰਕੇ ਪ੍ਰਣਾਮ ਭਾਵ ਜਿਹੜਾ ਆਉਂਦਾ ਉਹ ਮਹਾਰਾਜ ਜੀ ਦਿਖਾਇਆ ਹੈ। ਫਿਰ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਦੱਸਿਆ ਕਿ ਭਾਈ ਪਰਮੇਸ਼ਰ ਦੀ ਇਹ ਖੇਲ ਹੈ, ਪਰਮੇਸ਼ਰ ਆਪ ਬੇਅੰਤ ਹੈ। ਉਹਦਾ ਜਿਹੜਾ ਨਾਮ ਜਪਦਾ ਮਹਾਰਾਜ ਕਹਿੰਦੇ ਉਹ ਹੀ ਧੰਤਾ ਦੇ ਯੋਗ ਹੈ। ਸਤਿਗੁਰੂ ਜੀ ਕਿਰਪਾ ਕਰਨ ਮਹਾਰਾਜ ਦਾ ਅੰਮ੍ਰਿਤ ਉਪਦੇਸ਼ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤੂੰ ਆਪੇ ਆਪ ਸੁਜਾਨ ਹੈ, ਵਡ ਪੁਰਖ ਵਡਾਤੇ ਜੋ ਮਨ ਚੇਤ ਤੁਧ ਧਿਆਇਂਦੇ ਮੇਰੇ ਸੱਚਿਆ। ਬਲ ਬਲ ਹਾਂ ਤੈਨ ਜਾਤੇ। ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे